सतनाम वाहिगुरु साहिब जी। नारायण नरपत नमस्कारै, ऐसे गुर को बल बल जाइए। आप मुकत मोहि तारै, गुर दाता गुर हिवै कर, गुर दीपक तिहो लोए। अमर पदार्थ नानका, मन मानिए सुख होए। रहियो संत हौं टोल, साध बहु तेरे डिठे। सन्यासी तपस्या मुख होए, पंडित मिठे। बरस कहो फिरियो, किनै नहुँ परचौ लायो। कहते यह कहती सुनी, रहत को खुशी न आयो। हर नाम छोड़ दूजै लगे, तिनके गुण हो क्या कहो। गुर दइयो मिलायो पिखया, जिव तू रखहे तिव रहो। जे सौ चंदा उगवहे, सूरज चढ़े हजार। एते चानण होंदियां, गुर बिन कोर अंधार। बेसुमार अथाह अगनत तोलै, जो बुलावो त्यों नानक दास बोले। सतनाम वाहिगुरु साहिब जी। सतनाम वाहिगुरु साहिब जी। सवैये महले पहले के, एक ओंकार सतगुर प्रसाद। एक मन पुरख ध्याए बरदाता, संत सहार सदा बिख्याता। एक मन पुरख ध्याए बरदाता, संत सहार सदा बिख्याता। तास चरण ले हृदय बसावो, तो परम गुरु नानक गुण गावो। तास चरण ले हृदय बसावो, तो परम गुरु नानक गुण गावो। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज
ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਅਪਾਰ ਕਰੁਣਾ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਬੜੇ ਉੱਤਮ ਕਰਮ ਯੋਗੀ ਹੋ, ਜੋ ਸਤਿਗੁਰੂ ਕੀ ਰਹਿਮਤ ਨੂੰ ਮਾਣਦਿਆਂ ਸਤ ਸੰਗਤ ਰੂਪ ਦੁਆਰਾ ਸ਼ਬਦ ਦੇ ਅਭਿਆਸ ਨਾਲ ਗੁਰੂ ਕੇ ਚਰਨਾਂ ਦੀ ਪ੍ਰੀਤ ਪ੍ਰਤੀਤ ਦੇ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਵਾਰਨ ਦਾ, ਸਕਾਰਥ ਕਰਨ ਦਾ ਸ਼੍ਰੇਸ਼ਟ ਨਿਰਮਲ ਸੁਗੜ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਦਇਆ ਮਿਹਰਾਮਤ ਹੈ। ਆਪ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਸ਼ਰਵਣ ਕਰਕੇ ਅਧਿਆਤਮਕ ਗਿਆਨਾਤਮਕ ਲਾਹਾ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਅੰਤਰਗਤ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਦੇ ਰੂਪ ਵਿੱਚ 2 ਬਾਣੀਆਂ ਦੀ ਰਚਨਾ ਕੀਤੀ। ਪਹਿਲੇ ਭਾਗ ਵਿੱਚ 9 ਸਵਈਏ ਅਤੇ ਦੂਜੇ ਭਾਗ ਦੇ ਵਿੱਚ 11 ਸਵਈਆਂ ਦੀ ਗੁਰੂ ਸਾਹਿਬ ਜੀ ਰਚਨਾ ਕਰਕੇ ਜੋ ਭੱਟ ਸਾਹਿਬਾਨ ਗੁਰੂ ਕੀ ਸ਼ਰਨ ਚੱਲ ਆਏ ਸਨ, ਉਹਨਾਂ ਨੂੰ ਸਿਫਤ ਸਲਾਹ ਕਰਨ ਦਾ ਢੰਗ ਅਤੇ ਗਿਆਨ ਦਾ ਉਪਦੇਸ਼ ਦੇ ਕੇ ਉਹਨਾਂ ਨੂੰ ਮੁਕਤੀ ਬਖਸ਼ਿਸ਼ ਕਰ ਦਿੱਤੀ ਸੀ। ਫਿਰ ਉਸ ਤੋਂ ਬਾਅਦ ਉਹ ਸਾਰੇ ਭੱਟ ਸਾਹਿਬਾਨ ਜਿਤਨੇ ਵੀ ਗੁਰੂ ਚਰਨਾਂ ਵਿਖੇ ਚੱਲ ਆਏ ਸਨ, ਸਾਰਿਆਂ ਨੇ ਗੁਰੂ ਨੂੰ ਅਰਜਨ ਦੇਵ ਸਾਹਿਬ ਜੀ ਦੇ ਅਨੁਸਾਰ ਗੁਰੂ ਨਾਨਕ ਸਰੂਪ ਦੇ ਅਗੰਮ ਅਗੋਚਰ ਦਰਸ਼ਨ, ਗੁਰੂ ਜੋਤ ਦੇ ਅਜ਼ਮਤ ਨੂੰ ਨਿਹਾਰ ਕੇ ਆਪੋ ਆਪਣੀ ਸਮਰੱਥਾ ਅਨੁਸਾਰ ਗੁਰੂ ਕੀ ਉਸਤਤ ਦਾ ਗਾਇਨ ਕੀਤਾ ਸੀ ਅਤੇ ਉਸ ਨੂੰ ਭੱਟ ਸਾਹਿਬਾਨਾਂ ਦੇ ਸਵਈਆਂ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ 1399 ਅੰਗ ਤੋਂ ਲੈ ਕੇ 1409 ਅੰਗ ਤੱਕ 5 ਗੁਰੂ ਜੋਤ ਦੀ ਜੋ ਸਿਫਤ ਸਲਾਹ ਭੱਟ ਸਾਹਿਬਾਨਾਂ ਨੇ ਕੀਤੀ ਹੈ, ਉਸ ਨੂੰ ਗੁਰੂ ਸਾਹਿਬ ਜੀ ਨੇ ਬਾਣੀ ਦੇ ਪ੍ਰਕਾਸ਼ ਸਮੇਂ ਬਾਣੀ ਦੇ ਪ੍ਰਵਾਹ ਦੇ ਅੰਤਰਗਤ ਅੰਕਿਤ ਕੀਤਾ ਸੀ। ਗੁਰੂ ਕਿਰਪਾ ਸਦਕਾ ਭੱਟ ਸਾਹਿਬਾਨਾਂ ਦੇ ਸਵਈਆਂ ਦੀ ਜੋ 52 ਬਾਣੀ ਹੈ, ਉਸ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪਹਿਲੇ ਕੇ। ਜਦ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਤਾਂ ਪਾਵਨ ਬਾਣੀ ਦੇ ਅੰਤਰਗਤ ਸਾਨੂੰ ਸਭ ਤੋਂ ਪਹਿਲਾਂ ਗੁਰੂ ਸਾਹਿਬਾਨਾਂ ਦੀ ਬਾਣੀ, ਫਿਰ ਭਗਤ ਸਾਹਿਬਾਨਾਂ ਦੀ ਬਾਣੀ ਅਤੇ ਵਿੱਚ ਜਿਹੜੀ ਕੁਝ ਗੁਰਸਿੱਖਾਂ ਦੀ ਬਾਣੀ ਹੈ, ਉਸ ਦੇ ਸਾਨੂੰ ਦਰਸ਼ਨ ਹੁੰਦੇ ਹਨ। ਪਰ ਭੱਟ ਬਾਣੀ ਅਜਿਹੀ ਬਾਣੀ ਹੈ ਜਿਹੜੀ ਕਿਸੇ ਰਾਗ ਵਿੱਚ ਨਹੀਂ ਮਿਲਦੀ, ਨਾ ਹੀ ਬਾਣੀ ਦੇ ਕਿਸੇ ਆਰੰਭ ਵਾਲੇ ਮੱਧ ਵਾਲੇ ਭਾਗ ਵਿੱਚ ਆਉਂਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਜੋ ਅੰਤਮ ਪ੍ਰਵਾਹ ਹੈ, ਸੰਪੂਰਨਤਾ ਵਾਲਾ ਪ੍ਰਵਾਹ ਹੈ, ਉੱਥੇ ਜਾ ਕੇ ਸਾਨੂੰ ਇਸ ਬਾਣੀ ਦਾ ਪਾਠ ਪ੍ਰਾਪਤ ਹੁੰਦਾ ਹੈ। ਹੁਣ ਅਸੀਂ ਗੁਰੂ ਬਾਣੀਕਾਰ ਜੋ 6 ਬਾਣੀਕਾਰ ਹੋਏ ਨੇ, ਪਹਿਲੇ 5 ਪਾਤਸ਼ਾਹ ਔਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ, 15 ਭਗਤ ਸਾਹਿਬਾਨ ਹੋਏ ਹਨ, ਉਹਨਾਂ ਦੀ ਰਚਨਾ ਬਾਰੇ ਜਾਣਦੇ ਹਾਂ। ਉਹਨਾਂ ਦੀਆਂ ਰਚਨਾ ਦਾ ਪਾਠ ਵੀ ਅਕਸਰ ਕਰਦੇ ਹਾਂ, ਅਕਸਰ ਉਹਦੀ ਵਿਚਾਰ ਕਰਦੇ ਹਾਂ, ਅਕਸਰ ਉਹਦਾ ਕੀਰਤਨ ਸ਼ਰਵਣ ਕਰਦੇ ਹਾਂ। ਜੋ ਭੱਟ ਬਾਣੀ ਹੈ ਉਹ ਸਾਡੇ ਜੀਵਨ ਦੇ ਨਾਲ, ਬਾਣੀ ਦਾ ਪ੍ਰਕਾਸ਼ ਤਾਂ ਸਾਰਿਆਂ ਲਈ ਸਨਮਾਨ ਹੈ, ਪਰ ਭੱਟ ਬਾਣੀ ਦਾ ਜੋ ਪ੍ਰਵਾਹ ਹੈ ਉਹ ਸਾਡੇ ਆਮ ਜੀਵਨ ਦੇ ਬਾਣੀ ਦੇ ਪ੍ਰਵਾਹ ਵਾਂਗ ਨਹੀਂ ਜੁੜਿਆ ਹੋਇਆ। ਕੇਵਲ ਅਸੀਂ 2 ਸਵਈਏ ਜਿਹੜੇ ਹਨ
2 ਤੋਂ ਹੱਦ 3 ਸਵਈਏ ਹਨ ਜਿਹੜੇ ਕੁੱਲ ਪੰਥ ਦੇ ਵਿੱਚ ਸਾਂਝੇ ਤੌਰ 'ਤੇ ਸੰਗਤ ਗਾਉਂਦੀ ਸੁਣਦੀ ਜਾਂ ਇਹਦੀ ਥੋੜ੍ਹੀ ਬਹੁਤ ਵਿਚਾਰ ਕਰਦੀ। ਇੱਕ ਜਿਹੜਾ ਅਕਸਰ ਅਸੀਂ ਪੜ੍ਹਦੇ ਹਾਂ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ, ਜਾਂ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਅਤੇ ਇਸੇ ਤਰ੍ਹਾਂ ਇੱਕ ਹੋਰ ਸਵਈਆ ਜਿਹਦੇ ਵਿੱਚ ਜ਼ਿਕਰ ਆਉਂਦਾ, ਪ੍ਰਥਮੇ ਨਾਨਕ ਚੰਦ ਜਗਤ ਪਇਓ ਆਨੰਦ, ਤਾਰਨ ਮਨੁੱਖ ਜਨ ਕੀਓ ਪ੍ਰਗਾਸ। ਇਹ 3-4 ਸਵਈਏ ਸਾਰੇ ਪੰਥ ਦੇ ਵਿੱਚ ਸੰਗਤ ਆਮ ਕਰਕੇ ਗਾਉਂਦੀ ਪੜ੍ਹਦੀ ਅਤੇ ਸੁਣਦੀ ਹੈ। ਇਸ ਦਾ ਕਾਰਨ ਕੀ ਹੈ? ਪਹਿਲਾਂ ਇੱਕ ਕਾਰਨ ਵਾਚਣਾ ਜ਼ਰੂਰੀ ਹੈ ਕਿ ਅਸੀਂ ਇਹ ਗੁਰਬਾਣੀ ਦਾ ਜਿਹੜਾ ਸਮੁੱਚਾ ਪ੍ਰਵਾਹ ਹੈ, ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ, ਪਹਿਲੀ ਗੱਲ ਤਾਂ ਅਸੀਂ ਆਪਣੇ ਪੂਰੇ ਜੀਵਨ ਦੇ ਵਿੱਚ ਕਦੇ ਅੱਖਰ ਅੱਖਰ ਕਰਕੇ, ਸ਼ਬਦ ਸ਼ਬਦ ਕਰਕੇ, ਇੱਕ ਇੱਕ ਪੰਨਾ ਕਰਕੇ ਗੌ ਦੇ ਨਾਲ ਪੜ੍ਹਦੇ ਨਹੀਂ। ਅਸੀਂ ਕੇਵਲ ਇਸ ਨੂੰ ਇੱਕ ਲਗਾਤਾਰ ਗਤੀ ਦੇ ਰੂਪ ਵਿੱਚ ਪੜ੍ਹਨ ਦਾ ਪਾਠ ਰੂਪ ਸਿਲਸਿਲਾ ਬਣਾਇਆ। ਇਸ ਕਰਕੇ ਸਾਨੂੰ ਵੱਖੋ ਵੱਖ ਬਾਣੀ ਦੇ ਅੰਦਰ ਜੋ ਗਿਆਨ ਦਾ ਸੂਖਮ ਪ੍ਰਕਾਸ਼ ਹੈ ਉਹਦੀ ਸੋਝੀ ਨਹੀਂ ਹੁੰਦੀ। ਸੋ ਕੁਦਰਤੀ ਵਿਚਾਰ ਆਪਦੇ ਸਨਮੁਖ ਭੱਟ ਸਾਹਿਬਾਨਾਂ ਦੇ ਨਾਲ ਰੱਖਣ, ਸੰਬੰਧ 'ਚ ਰੱਖਣ ਦਾ ਯਤਨ ਕਰਾਂ ਕਿ ਭੱਟ ਕੌਣ ਹਨ, ਇਹਨਾਂ ਦਾ ਇਤਿਹਾਸਕ ਵੇਰਵਾ ਕੀ ਹੈ, ਇਹਨਾਂ ਦੀ ਬਾਣੀ ਦਾ ਮਹੱਤਵ ਕੀ ਹੈ, ਇਹ ਆਪਦੇ ਸਨਮੁਖ ਰੱਖਣ ਦਾ ਯਤਨ ਕਰਾਂ। ਭੱਟ ਉਹ ਲੋਕ ਸਨ, ਭੱਟ ਦਾ ਹਿੰਦੀ ਦੇ ਵਿੱਚ ਇੱਕ ਸਮਾਨਾਰਥਕ ਸ਼ਬਦ ਹੈ ਪਾਠ। ਸਰਲ ਸ਼ਬਦਾਂ ਵਿੱਚ ਕਹਿਣਾ, ਇਹ ਉਹ ਲੋਕ ਸਨ ਜਿਨ੍ਹਾਂ ਕੋਲੋਂ ਕਵਿਤਾ ਦੇ ਰਚਣ ਦੀ ਬੜੀ ਗਹਿਰੀ ਮੁਹਾਰਤ ਹੁੰਦੀ ਸੀ, ਅਤੇ ਇਹ ਲੋਕ ਆਪਣੇ ਜੀਵਨ ਦਾ ਨਿਰਵਾਹ ਕਰਨ ਦੇ ਲਈ ਵੱਖੋ ਵੱਖ ਰਾਜਿਆਂ ਦੇ ਦੁਆਰਾਂ 'ਤੇ ਜਾ ਕੇ ਉਹਨਾਂ ਦੀ ਜਿਹੜੀ ਸਿਫਤ ਸਲਾਹ ਸੀ, ਉਹਨਾਂ ਦੇ ਜੀਵਨ ਦੇ ਕਾਰਨਾਮਿਆਂ ਨੂੰ ਵਧਾ ਚੜ੍ਹਾ ਕੇ ਕਵਿਤਾ ਦੇ ਵਿੱਚ ਸੁੰਦਰ ਛੰਦਾਬੰਦੀ ਦੇ ਵਿੱਚ ਬਿਆਨ ਕਰਦੇ ਸਨ, ਜਿਸ ਕਰਕੇ ਇਹਨਾਂ ਦਾ ਜੀਵਨ ਦਾ ਨਿਰਵਾਹ ਵਧੀਆ ਚੱਲਦਾ ਜਾਂਦਾ ਸੀ। ਸਤਿਗੁਰੂ ਗੁਰੂ ਨਾਨਕ ਸਰੂਪ ਨੇ ਜਦੋਂ ਧਰਤੀ 'ਤੇ ਪ੍ਰਕਾਸ਼ ਧਾਰਿਆ ਤਾਂ ਉਸ ਸਮੇਂ ਦੀ ਸਾਨੂੰ ਘਟਨਾ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਗੁਰੂ ਨਾਨਕ ਜੋਤ ਨੇ ਸ੍ਰਿਸ਼ਟੀ ਦੇ ਹਰ ਇੱਕ ਉਹ ਮਨੁੱਖ ਜਿਹੜਾ ਮਾਲਕ ਦੀ ਸਿਫਤ ਸਲਾਹ ਦੇ ਮਾਰਗ 'ਤੇ ਚੱਲਣ ਦੀ ਪੂਰੀ ਸ਼ਮਤਾ ਰੱਖਦਾ ਸੀ, ਪੂਰੀ ਸਮਰੱਥਾ ਰੱਖਦਾ ਸੀ, ਪੂਰੀ ਭਾਵਨਾ ਰੱਖਦਾ ਸੀ, ਪਰ ਸਮੇਂ ਅਤੇ ਕਾਲ ਅੰਤਰ ਦੀਆਂ ਪ੍ਰਸਥਿਤੀਆਂ ਕਰਕੇ ਉਸ ਮਾਰਗ ਤੋਂ ਬੜਾ ਦੂਰ ਜਾ ਚੁੱਕਿਆ ਸੀ। ਗੁਰੂ ਨਾਨਕ ਨੇ ਉਸ ਸਾਰੇ ਕੁਝ ਨੂੰ ਰਿਵਾਈਵ ਕੀਤਾ, ਸਾਰੇ ਕੁਝ ਨੂੰ ਮੁੜ ਪੁਨਰ ਸੁਰਜੀਤ ਕੀਤਾ। ਜਿਵੇਂ ਭਾਈ ਮਰਦਾਨਾ ਜੀ ਦੀ ਜਿਹੜੀ ਸਰੰਗੀ ਸੀ, ਉਹਦੀ ਹਾਲਤ ਬੜੀ ਖਸਤਾ ਜਿਹੀ ਹੋ ਗਈ ਸੀ, ਅਤੇ ਉਹਦਾ ਪ੍ਰਯੋਗ ਕਿੰਨਾ ਕੁ ਰਹਿ ਗਿਆ ਸੀ। ਸਵੇਰੇ ਸਰੰਗੀ ਮੋਢੇ 'ਤੇ ਚੁੱਕ ਕੇ ਤੁਰ ਪੈਣਾ, ਅਤੇ ਵੱਧ ਤੋਂ ਵੱਧ ਕੁਝ ਦੀਵਾਰਾਂ ਤੋਂ ਕੁਝ 2 ਤਰ੍ਹਾਂ ਦੀ ਜਿਹੜੇ ਰਾਗਾਂ ਆਦਿਕ ਦੀਆਂ ਧੁਨਾਂ ਵਜਾ ਕੇ ਥੋੜ੍ਹਾ ਆਟਾ ਆਦਿਕ ਮੰਗ ਕੇ ਅਤੇ ਆਪਣੇ ਦਿਨ ਦਾ ਨਿਰਵਾਹ ਚਲਾਉਣਾ। ਗੁਰੂ ਨਾਨਕ ਸਰੂਪ ਨੇ ਇਹ ਦੇਖਿਆ। ਫਿਰ ਗੁਰੂ ਨਾਨਕ ਸਰੂਪ ਨੇ ਉਹਨਾਂ ਦੀ ਕਲਿਆਣ ਕਰਨ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਨਾਲ ਜੋੜਿਆ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਬੇਬੇ ਨਾਨਕੀ ਜੀ ਦੇ ਹੱਥੋਂ ਪੈਸੇ ਦਵਾ ਕੇ ਇੱਕ ਸੁੰਦਰ ਰਬਾਬ ਭਾਈ ਮਰਦਾਨਾ ਜੀ ਨੂੰ ਦਵਾਈ, ਅਤੇ ਉਸ ਸੁੰਦਰ ਰਬਾਬ ਨੇ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਦੇ 19 ਰਾਗਾਂ ਦੀ ਤਾਨ ਗੁਰਬਾਣੀ ਨੂੰ ਵਜਾ ਕੇ, ਰਬਾਬ ਵਜਾ ਕੇ ਸੰਗੀਤ ਰੂਪ ਦੇ ਵਿੱਚ ਅਰਪਣ ਕੀਤੀ। ਅਤੇ ਇੱਕ ਸਧਾਰਨ ਤਲ 'ਤੇ ਜੀਵਨ ਜਿਉਣ ਵਾਲੇ ਔਰ ਪ੍ਰਭੂ ਦੇ ਮਾਰਗ ਤੋਂ ਵਿਛੜ ਕੇ ਆਪਣੀਆਂ ਸਮੇਂ ਦੀਆਂ ਪ੍ਰਸਥਿਤੀਆਂ ਕਰਕੇ ਦੂਰ ਹੋ ਚੁੱਕੇ ਭਾਈ ਮਰਦਾਨਾ ਜੀ ਮੁੜ ਕੇ ਗੁਰੂ ਨਾਨਕ ਦਰ ਘਰ ਨਾਲ ਐਸੇ ਜੁੜੇ ਕਿ ਅੱਜ ਗੁਰੂ ਨਾਨਕ ਸਰੂਪ ਦੀ ਕਲਪਨਾ ਉਹਨਾਂ ਤੋਂ ਬਿਨਾਂ ਜਾਂ ਉਹਨਾਂ ਦਾ ਨਾਮ ਲਏ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਇੰਝ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਲਿਆਣ ਕੀਤਾ। ਜਦੋਂ ਗੁਰੂ ਸਾਹਿਬ ਜੀ ਨੇ ਵਾਚਿਆ ਕਿ ਜਿਹੜੇ ਭੱਟ ਲੋਕ ਹਨ, ਇਹ ਬੜੇ ਗਹਿਰ ਗੰਭੀਰ ਗਿਆਨ ਦੀ ਸਮਰੱਥਾ ਰੱਖਣ ਵਾਲੇ ਹਨ, ਇਹਨਾਂ ਦੀ ਦ੍ਰਿਸ਼ਟੀ ਬੜੀ ਜਿਹੜੀ ਹੈ ਬਾਰੀਕ ਹੈ, ਗਿਆਨ ਦੀ ਪ੍ਰਤਿਭਾ ਇਹਨਾਂ ਦੇ ਕੋਲ ਬੜੀ ਹੈ, ਪਰ ਸਮੇਂ ਦੀਆਂ ਪ੍ਰਸਥਿਤੀਆਂ ਕਰਕੇ ਇਹ ਕੇਵਲ ਜਿਹੜਾ ਹੈ ਕੁਝ ਆਪਣੇ ਜੀਵਨ ਦੇ ਨਿਰਵਾਹ ਤੱਕ ਸੀਮਤ ਹੋ ਗਏ ਆ। ਇਹਨਾਂ ਦੇ ਗਿਆਨ ਦਾ ਪਰਮ ਪ੍ਰਕਾਸ਼ ਹੋਣਾ ਚਾਹੀਦਾ ਹੈ। ਤਾਂ ਫਿਰ ਸਤਿਗੁਰੂ ਸਾਹਿਬ ਜੀ ਨੇ ਇਹਨਾਂ ਭੱਟ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਚੀ। ਹੁਣ ਭੱਟਾਂ ਦੀ ਜਿਹੜੀ ਟਰਡੀਸ਼ਨ ਹੈ ਇਹ ਬਹੁਤ ਪੁਰਾਣੀ ਮਿਲਦੀ ਹੈ। ਜਿਹੜਾ ਪ੍ਰਿਥਵੀ ਰਾਜ ਰਾਸੋ, ਕਮੀਨ ਰਾਸੋ, ਹੋਰ ਵੱਡੇ ਗ੍ਰੰਥ ਮਿਲਦੇ ਨੇ, ਇਹਨਾਂ ਦੇ ਵਿੱਚ ਇਹ ਸਾਰੇ ਭੱਟਾਂ ਦੇ ਰਚੇ ਹੋਏ ਹਨ ਕਿ ਇਹਨਾਂ ਨੇ ਬੜੀ ਲੰਬੀ ਛੰਦਾਬੰਦੀ ਕਰਕੇ ਆਪਣੇ ਆਪਣੇ ਆਸ਼ਰ ਦਾਤਿਆਂ ਦੇ ਗਾਇਨ ਕੀਤੇ ਹਨ। ਵਿਸ਼ਾ ਸਾਡਾ ਇਹ ਹੈ ਕਿ ਭੱਟ ਸਾਹਿਬਾਨਾਂ ਦੀ
ਜੋ ਜਿਹੜਾ ਇੱਕ ਪ੍ਰਸੰਗ ਸਾਨੂੰ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਮਿਲਦਾ ਉਹ ਕਿਵੇਂ ਹੈ, ਆਪ ਦੇ ਸਨਮੁਖ ਜ਼ਿਕਰ ਰੱਖਾਂ। ਕਹਿੰਦੇ ਕਿ ਕਾਂਚੀ ਵਿਖੇ ਜਿਹੜੇ ਸਾਰੇ ਵੇਦ ਵਾਸ ਕਰਦੇ ਸਨ ਅਤੇ ਉਹਨਾਂ ਵੇਦਾਂ ਦਾ ਅਧਿਐਨ ਕਰਕੇ ਮਨੁੱਖ ਤਰ੍ਹਾਂ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਕੇ ਚਰਚਾ ਕਰਿਆ ਕਰਦੇ ਸਨ। ਇੱਕ ਦਫਾ ਉਹਨਾਂ ਸਾਰੇ ਵੇਦਾਂ ਨੂੰ ਹੰਕਾਰ ਹੋ ਗਿਆ, ਮਾਣ ਹੋ ਗਿਆ ਕਿ ਜੇ ਅਸੀਂ ਨਾ ਹੋਈਏ ਤਾਂ ਸੰਸਾਰ ਦੇ ਵਿੱਚ ਜਿਹੜਾ ਹੈ ਗਿਆਨ ਦੀ ਚਰਚਾ ਨਾ ਚੱਲੇ, ਕਿਸੇ ਨੂੰ ਭਗਤੀ ਮਾਰਗ ਦਾ ਨਾ ਪਤਾ ਲੱਗੇ, ਕਿਸੇ ਦੇ ਅੰਦਰ ਸ਼ਰਧਾ ਦਾ ਪ੍ਰਕਾਸ਼ ਨਾ ਹੋਵੇ, ਸਾਡੇ ਅੰਦਰੋਂ ਉਪਦੇਸ਼ ਪੜ੍ਹ ਕੇ ਕਿਸੇ ਦੇ ਅੰਦਰ ਮੁਕਤੀ ਦੀ ਜਿਗਿਆਸਾ ਨਾ ਜਾਗੇ ਜੇ ਅਸੀਂ ਨਾ ਹੋਈਏ। ਇਸ ਤਰ੍ਹਾਂ ਦਾ ਭਰਮ ਉਹਨਾਂ ਵੇਦਾਂ ਨੂੰ ਪੈਦਾ ਹੋ ਗਿਆ। ਕਹਿੰਦੇ ਅਕਾਲ ਪੁਰਖ ਸਰੂਪ ਨੇ ਜਦ ਵੇਦਾਂ ਦੀ ਇਹ ਹਾਲਤ ਦੇਖੀ ਤਾਂ ਉਹਨਾਂ ਨੇ ਜਾਣਿਆ ਕਿ ਜਿਹੜੇ ਵੇਦ ਨੇ ਬੇਫਜ਼ੂਲ ਹੰਕਾਰ ਵਿੱਚ ਫਸ ਗਏ ਨੇ। ਤਦ ਉਹਨਾਂ ਨੂੰ ਆਕਾਸ਼ਵਾਣੀ ਹੋਈ ਕਿ ਤੁਸੀਂ ਵਿਅਰਥ ਦਾ ਮਾਣ ਹੰਕਾਰ ਕੀਤਾ ਹੈ, ਜਾਓ ਹੁਣ ਸ੍ਰਿਸ਼ਟੀ 'ਤੇ ਜਾ ਕੇ ਮਨੁੱਖਾ ਸਰੀਰ ਧਾਰਨ ਕਰਕੇ ਸੰਪੂਰਨ ਗੁਰੂ ਦੀ ਤਲਾਸ਼ ਕਰੋ। ਜਦੋਂ ਸੰਪੂਰਨ ਗੁਰੂ ਤੁਹਾਨੂੰ ਮਿਲ ਜਾਏਗਾ ਤਾਂ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਤੁਸੀਂ ਗੁਰੂ ਦੇ ਗਿਆਨ ਤੋਂ ਰਚੇ ਹੋਏ ਹੋ। ਭਾਵ ਕਿ ਜਿਹੜੇ ਵੇਦ ਹੰਕਾਰ ਕਰ ਰਹੇ ਸਨ, ਆਕਾਸ਼ਬਾਣੀ ਦਾ ਭਾਵ ਸੀ ਕਿ ਪਹਿਲਾਂ ਤੁਹਾਨੂੰ ਗੁਰੂ ਸੁਰਤ ਨੇ ਆਪਣੇ ਮੁਖ ਤੋਂ ਉਚਾਰਿਆ ਹੈ, ਫਿਰ ਜਾ ਕੇ ਤੁਹਾਡੇ ਵੇਦਾਂ ਦੇ ਸਾਰੇ ਰੂਪ ਬਣੇ ਨੇ। ਇਸ ਕਰਕੇ ਤੁਹਾਡਾ ਸਿਰਜਣਹਾਰ ਗੁਰੂ ਹੈ, ਪਰ ਤੁਸੀਂ ਭਰਮ ਵਿੱਚ ਆਪਣੇ ਆਪ ਨੂੰ ਵੱਡਾ ਸਮਝ ਰਹੇ ਹੋ। ਫਿਰ ਪਰਮੇਸ਼ਵਰੀ ਆਗਿਆ ਪਾ ਕੇ ਉਹਨਾਂ ਸਾਰੇ ਵੇਦਾਂ ਨੇ, ਇੱਕ ਵੇਦ ਨੇ ਚਾਰ ਚਾਰ ਸਰੂਪ, ਚਾਰ ਚਾਰ ਮਨੁੱਖਾਂ ਦਾ ਰੂਪ ਧਾਰਨ ਕੀਤਾ। ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਅੰਕਿਤ ਕੀਤਾ ਹੈ ਕਿ ਚਾਰੇ ਵੇਦ ਵਿੱਚ ਚਾਰ ਚਾਰ ਮਨੁੱਖਾਂ ਦਾ ਰੂਪ ਧਾਰਨ ਕਰਕੇ 16 ਭੱਟ ਬਣ ਕੇ ਅਤੇ ਇੱਕ ਜਿਹੜੇ ਸਨ ਜਿਹੜਾ ਬ੍ਰਹਮਾ, ਉਹ ਵੀ ਕਹਿੰਦੇ ਪਰਮੇਸ਼ਰ ਦੀ ਕੀਰਤੀ ਕਰਨ ਦੇ ਲਈ ਭੱਟ ਭਿੱਖਾ ਜੀ ਦੇ ਰੂਪ ਵਿੱਚ ਇਹ ਮਨੁੱਖਾਂ ਦਾ ਸਰੀਰ ਧਾਰਨ ਕਰਕੇ ਇਸ ਯੁੱਗ ਵਿੱਚ ਆ ਗਏ। ਤਲਾਸ਼ ਕਰਦੇ ਰਹੇ ਪੂਰਨ ਗੁਰੂ ਦੀ। ਪਹਿਲਾਂ ਤੀਰਥਾਂ ਦੇ ਕੰਢਿਆਂ 'ਤੇ ਗਏ, ਜੋਗੀਆਂ ਸੰਨਿਆਸੀਆਂ ਵਿਰਕਤਾਂ ਦੇ ਕੋਲ ਗਏ, ਕੰਨ ਪਾਟੇ ਜੋਗੀਆਂ ਦੀ ਸੰਗਤ ਕੀਤੀ, ਬੜਾ ਸਮਾਂ ਭਰਮਦੇ ਰਹੇ, ਪੰਡਤ ਲੋਕਾਂ ਦੇ ਅਨੁਸਾਰ ਵੀ ਕਰਮ ਕਰਦੇ ਰਹੇ, ਪਰ ਮਨ ਨੂੰ ਪੂਰਨ ਸ਼ਾਂਤੀ ਨਾ ਆਈ। ਜਦ ਪੂਰਾ 1 ਵਰਸ਼ ਇਹਨਾਂ ਨੂੰ ਭਟਕਦਿਆਂ ਨੂੰ, ਸੰਪੂਰਨ ਗੁਰੂ ਦੀ ਤਲਾਸ਼ ਕਰਦਿਆਂ ਨੂੰ ਬਤੀਤ ਹੋ ਗਿਆ, ਥੱਕ ਹਾਰ ਕੇ ਟੁੱਟ ਗਏ। ਫਿਰ ਅਕਾਲ ਪੁਰਖ ਸਰੂਪ ਨੇ ਜਾਣਿਆ ਕਿ ਹੁਣ ਇਹਨਾਂ ਵੇਦਾਂ ਦੇ ਅੰਦਰ ਦਾ ਹੰਕਾਰ ਭਾਵ ਨਾਸ਼ ਹੋ ਗਿਆ। ਫਿਰ ਇਹਨਾਂ ਨੂੰ ਪਤਾ ਲੱਗਿਆ ਕਿ ਕਲਯੁੱਗ ਦੇ ਵਿੱਚ, ਕਿਉਂਕਿ ਤੀਰਥਾਂ ਦੇ ਕੰਢੇ 'ਤੇ ਰਹਿਣ ਵਾਲੇ ਸਨ, ਅਤੇ ਫਿਰ ਉੱਥੇ ਪਤਾ ਲੱਗਿਆ ਕਿ ਇਸ ਕਲਯੁੱਗ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਤੀਰਥ ਹੈ ਉਹ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਦੇ ਰੂਪ ਵਿੱਚ ਰਚਿਆ ਹੈ। ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਜਿਹੜੀ ਤੀਰਥਾਂ ਦੀ ਮਹਾਨਤਾ ਉਹ ਸਿੱਧ ਹੋਈ ਸੀ, ਕਿਉਂਕਿ ਇੱਕ ਜਗਿਆਸੂ ਨੇ ਆ ਕੇ ਭਰਮ ਕੀਤਾ ਸੀ। ਗੁਰੂ ਸਾਹਿਬ ਜੀ ਦੇ ਕੋਲ ਬ੍ਰਾਹਮਣ ਆਇਆ ਸੀ। ਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਗੰਗਾ ਜਾ ਕੇ ਇਸ਼ਨਾਨ ਕੀ ਕਰਨਾ ਹੈ, ਇੱਥੇ ਹੀ ਅਸੀਂ ਗੰਗਾ ਪ੍ਰਗਟ ਕਰ ਦਿੱਤੀ, ਇਹਦੇ ਵਿੱਚ ਇਸ਼ਨਾਨ ਕਰ ਲਓ। ਉਹਦੀ ਨਿਸ਼ਾ ਨਾ ਹੋਈ। ਜਦੋਂ ਗੰਗਾ ਤੋਂ ਇਸ਼ਨਾਨ ਕਰਕੇ ਪਰਤ ਗਿਆ ਤਾਂ ਉੱਥੇ ਜਿਹੜਾ ਗੁਰੂ ਸਾਹਿਬ ਜੀ ਨੇ ਜਲ ਦੇਣ ਦੇ ਲਈ ਇੱਕ ਗੜਵਾ ਦਿੱਤਾ ਸੀ, ਉੱਥੇ ਗਵਾਚ ਗਿਆ ਸੀ। ਉਹ ਦੁਬਾਰਾ ਉਹਨੂੰ ਬੌਲੀ ਦੇ ਵਿੱਚ ਪ੍ਰਾਪਤ ਹੋਇਆ। ਫਿਰ ਭੱਟਾਂ ਨੂੰ ਪਤਾ ਲੱਗਿਆ ਕਿ ਗੁਰੂ ਅਮਰਦਾਸ ਸਾਹਿਬ ਜੀ ਇਸ ਯੁੱਗ ਦੇ ਕਲਿਆਣਕਾਰੀ ਕਰਤਾ ਨੇ। ਜਦੋਂ ਭਰਮਦੇ ਉਹ ਗੋਇੰਦਵਾਲ ਵਿਖੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਆਏ ਅਤੇ ਗੁਰੂ ਕਾ ਦਰਸ਼ਨ ਕਰਦਿਆਂ ਹੀ ਉਹਨਾਂ ਦੇ ਮਨ ਵਿੱਚ ਅਥਾਹ ਧੀਰਜ ਆ ਗਿਆ, ਅਥਾਹ ਸ਼ਾਂਤੀ ਦਾ, ਪਰਮ ਪ੍ਰਕਾਸ਼ ਦਾ, ਰਸ ਦਾ ਪ੍ਰਕਾਸ਼ ਹੋ ਗਿਆ। ਫਿਰ ਆਪਣੀ ਵਿਥਿਆ ਬਿਆਨ ਕਰਦਿਆਂ ਹੋਇਆਂ ਭੱਟ ਸਾਹਿਬਾਨਾਂ ਨੇ ਕਿਹਾ, ਰਹੇ ਹੋ ਸੰਤ ਹਉ ਢੋਲ, ਸਾਧ ਬਹੁ ਤੇਰੇ ਡਿੱਠੇ। ਕਹਿੰਦੇ ਇੱਕ ਬੜਾ ਸਿਰ ਹੋ ਗਿਆ, ਅਸੀਂ ਬੜੇ ਸੰਤ ਲੱਭੇ, ਬੜੇ ਸਾਧਾਂ ਦੀ ਸੰਗਤ ਕੀਤੀ, ਬੜੇ ਸੰਨਿਆਸੀਆਂ ਦੇ ਕੋਲ ਬਹਿ ਕੇ ਭੇਦ ਪੁੱਛੇ, ਮੁੱਖੋ ਇਹ ਪੰਡਤ ਮਿੱਟੇ, ਬਰਸ ਏਕ ਹਉ ਫਿਰਿਓ। ਪੂਰਾ 1 ਵਰਸ਼ ਹੋ ਗਿਆ ਭਟਕਦਿਆਂ ਨੂੰ, ਕਿਨੈ ਨਹੁ ਪਰਚਾ ਲਾਇਆ, ਕਿੰਨੇ ਉੱਤਮ ਸੋਝੀ ਨਹੀਂ ਦਿੱਤੀ ਕਿਸੇ ਨੇ ਵੀ। ਕੇਵਲ ਮੂੰਹ ਦੇ ਤਲ 'ਤੇ ਗੱਲਾਂ ਸੁਣਾਉਂਦੇ ਸਨ, ਹਿਰਦੇ ਵਿੱਚ ਕੋਈ ਪ੍ਰਤੀਤ ਨਹੀਂ ਸੀ ਬਣਦੀ। ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ, ਹਰ ਨਾਮ ਛੋੜ ਦੂਜੈ ਲਗੇ, ਤਿਨ ਕੇ ਗੁਣ ਹਉ ਕਿਆ ਕਹੋ। ਅਤੇ ਭੱਟ ਭਿੱਖਾ ਜੀ ਆਖਦੇ ਜੋ ਪਰਮੇਸ਼ਰ ਦੇ ਨਾਮ ਪ੍ਰਤੀਤ ਨੂੰ ਛੱਡ ਕੇ ਹੋਰ ਮਾਰਗ 'ਤੇ ਲੱਗੇ ਹਨ, ਉਹਨਾਂ ਦੀ ਕੀ ਚਰਚਾ ਕਰਨੀ ਹੈ। ਗੁਰਦੇਵ ਮਿਲਾਇਓ ਭਿੱਖਿਆ, ਜਿਵ ਤੂੰ ਰੱਖੇ ਤੇਵਰੋ। ਭਾਵ ਕਿ ਭੱਟ ਭਿੱਖਾ ਜੀ ਜੋ ਬ੍ਰਹਮਾ ਸਰੂਪ ਬਣੇ ਸਨ, ਕਥਨ ਕਰਦੇ ਹਨ
ਤੇ ਗੁਰੂ ਨੇ ਦਇਆ ਕਿਰਪਾ ਕਰਕੇ ਆਪਣੇ ਸਰੂਪ ਦੀ, ਆਪਣੇ ਦੀਦਾਰ ਦੀ ਪ੍ਰਾਪਤੀ ਕਰਵਾਈ ਹੈ। ਇਸ ਕਰਕੇ ਜਿਵੇਂ ਗੁਰੂ ਹੁਣ ਤੁਹਾਨੂੰ ਰੱਖਦਾ ਹੈ, ਜਿਵੇਂ ਬਖਸ਼ਿਸ਼ ਕਰਦਾ ਹੈ, ਉਹਦੇ ਅਨੁਸਾਰ ਰਹਿਣ ਦਾ ਯਤਨ ਕਰੋ। ਇਸ ਤਰ੍ਹਾਂ ਇੱਕੋ ਥਾਨਕਾ ਭੱਟ ਸਾਹਿਬਾਨਾਂ ਦੀ ਗੁਰਬਾਣੀ ਰਚਨਾ ਦੀ ਇਹ ਮਿਲਦੀ ਹੈ। ਜੇ ਇਤਿਹਾਸਕ ਵਿਵਰਣ ਦੇ ਨੁਕਤੇ ਤੋਂ ਜਾਣੀਏ ਕਿ ਭੱਟ ਕਿੱਥੋਂ ਦੇ ਹੋਏ ਸਨ, ਕਿੱਥੋਂ ਦੇ ਰਹਿਣ ਵਾਲੇ ਸਨ, ਤਾਂ ਗਿਆਨੀ ਗੁਰਦਿੱਤ ਸਿੰਘ ਨੇ ਭੱਟ ਸਾਹਿਬਾਨਾਂ ਬਾਰੇ ਇਤਿਹਾਸਕ ਤੌਰ 'ਤੇ ਖੋਜ ਕੀਤੀ ਹੈ। ਉਹਨਾਂ ਨੂੰ ਭੱਟਵਈਆਂ ਦੇ ਵਿੱਚੋਂ ਕਰਸਿੰਧੂ ਪਿੰਡ ਹੈ, ਜੀਂਦ ਤਹਿਸੀਲ ਦੇ ਵਿੱਚ, ਰਾਜ ਹਰਿਆਣੇ ਦੇ ਵਿੱਚ, ਉੱਥੋਂ ਇੱਕ ਭੱਟ ਸਾਹਿਬਾਨਾਂ ਦਾ, ਭੱਟਾਂ ਦਾ ਘਰ ਸੀ। ਉਹਨਾਂ ਵਿੱਚੋਂ ਇੱਕ ਸੰਤ ਸਿੰਘ ਭੱਟ ਸੀ, ਉਹਨਾਂ ਕੋਲੋਂ ਭੱਟ ਵਹੀ ਮਿਲੀ, ਜਿਹਦੇ ਉੱਪਰ ਉਹ ਆਪਣੇ ਸਾਰੇ ਖਾਨਦਾਨਾਂ ਦਾ ਜਿਹੜਾ ਸੀ, ਉਹਨਾਂ ਦੇ ਵੱਖੋ ਵੱਖ ਪਰਿਵਾਰਕ ਮੈਂਬਰਾਂ ਦਾ, ਉਹ ਕਿਹੜੇ ਕਿਹੜੇ ਥਾਵਾਂ 'ਤੇ ਕੰਮ ਕਰਦੇ ਰਹੇ, ਉਹਨਾਂ ਦਾ ਜ਼ਿਕਰ ਲਿਖਿਆ ਹੁੰਦਾ ਸੀ। ਉਹਨੂੰ ਮੋਹਰਾਂ ਵਾਲੀ ਵਹੀ ਆਖਦੇ ਹਨ। ਉਸ ਵਹੀ ਦੇ ਵਿੱਚੋਂ ਇਹ ਭੱਟਾਂ ਦੀ ਖੋਜ ਦਾ ਜਿਹੜਾ ਬੰਸਾਵਲੀਨਾਮਾ ਪ੍ਰਾਪਤ ਹੋਇਆ ਕਿ ਇਹ ਜਿਹੜੇ ਭੱਟ ਸਨ, ਇਹ ਆਪਣੀ ਉਤਪੱਤੀ ਕੌਸ਼ਿਸ਼ ਰਿਸ਼ੀ ਤੋਂ ਦੱਸਦੇ ਹਨ ਅਤੇ ਇਹ ਸਾਰਸੁੱਤ ਜਾਤ ਦੇ ਗੌੜ ਬ੍ਰਾਹਮਣ ਸਨ। ਇਹਨਾਂ ਦੀ ਹਾਲਤ ਇਸ ਕਰਕੇ ਨੀਵੀਂ ਹੋ ਗਈ ਕਿ ਜਿਹੜੇ ਉੱਚ ਜਾਤੀਆਂ ਦੇ ਬ੍ਰਾਹਮਣ ਸਨ, ਉਹ ਇਹਨਾਂ ਨੂੰ ਨੀਵੇਂ ਬ੍ਰਾਹਮਣ ਸਮਝਦੇ ਸਨ। ਉਹ ਆਖਦੇ ਸਨ ਕਿ ਇਹਨਾਂ ਦਾ ਜੀਵਨ ਮਰਿਆਦਾ ਕਰਕੇ, ਹੋਰ ਸਭ ਕਰਕੇ ਸਾਡੇ ਬਰਾਬਰ ਨਹੀਂ ਹੈ। ਇਸ ਕਰਕੇ ਇਹਨਾਂ ਦਾ ਤਿਰਸਕਾਰ ਕਰ ਦਿੱਤਾ ਸੀ ਅਤੇ ਸਰਸਵਤੀ ਨਦੀ ਦੇ ਕੰਢੇ, ਜਿਹੜੀ ਪਹਿਲਾਂ ਪਹੋਏ ਜ਼ਿਲ੍ਹਾ ਕਰਨਾਲ ਦੇ ਨੇੜੇ ਵਗਦੀ ਸੀ, ਇਹਦੇ ਕੰਢੇ ਰਹਿਣ ਲੱਗ ਪਏ ਸਾਰੇ ਭੱਟ ਸਾਹਿਬਾਨ। ਇੱਥੇ ਰਹਿੰਦਿਆਂ ਜਿਹੜੇ ਉਰਲੇ ਪਾਰ ਰਹਿੰਦੇ ਸਨ, ਉਹਨਾਂ ਦਾ ਨਾਮ ਸਾਰਸੁੱਤ ਭੱਟ ਬ੍ਰਾਹਮਣ ਪੈ ਗਿਆ। ਜਿਹੜੇ ਨਦੀ ਦੇ ਪਰਲੇ ਪਾਰ ਰਹਿੰਦੇ ਸਨ, ਉਹ ਗੌੜ ਬ੍ਰਾਹਮਣ ਹੋ ਗਏ। ਫਿਰ ਸਮਾਂ ਪਾ ਕੇ ਸਿਲਸਿਲਾ ਚੱਲਦਾ ਗਿਆ ਅਤੇ ਜਿਹੜੀ ਭੱਟ ਬੰਸਾਵਲੀ ਦਾ ਆਰੰਭ ਮਿਲਦਾ ਹੈ ਕਿ ਭੱਟ ਨਰਸੀ ਜੀ, ਉਹਨਾਂ ਦੇ ਅੱਗੇ ਪੁੱਤਰ ਹੋਏ ਭੱਟ ਰਈਆ ਜੀ, ਅਤੇ ਭੱਟ ਰਈਆ ਜੀ ਦੇ ਘਰ ਜਨਮ ਹੋਇਆ ਭੱਟ ਭਿੱਖਾ ਜੀ ਦਾ। ਅਤੇ ਭੱਟ ਭਿੱਖਾ ਜੀ ਜਿਹੜੇ ਸਨ, ਇਹ 5 ਭਰਾ ਸਨ। ਇਹਨਾਂ ਦਾ ਜਨਮ ਸੁਲਤਾਨਪੁਰ ਦੇ ਵਿੱਚ ਹੋਇਆ। ਸੁਲਤਾਨਪੁਰ ਜਿਹੜਾ ਪਰਗਣਾ ਜੀਂਦ ਦੇ ਵਿੱਚ, ਹਰਿਆਣੇ ਵਿੱਚ ਪੈਂਦਾ ਹੈ। ਇਸ ਜਗ੍ਹਾ ਭੱਟ ਭਿੱਖਾ ਜੀ ਦਾ ਜਨਮ ਭੱਟ ਰਈਆ ਜੀ ਦੇ ਘਰ ਹੋਇਆ। ਅਤੇ ਭੱਟ ਭਿੱਖਾ ਜੀ 5 ਭਰਾ ਸਨ। ਸੇਖਾ, ਗੋਖਾ, ਤੋਖਾ, ਟੋਡਾ ਅਤੇ ਚੋਖਾ, ਇਹ 5 ਭਰਾ ਸਨ। ਅਤੇ ਭੱਟ ਭਿੱਖਾ ਜੀ ਦੇ ਅੱਗੇ 3 ਪੁੱਤਰ ਸਨ, ਜਿਨ੍ਹਾਂ ਦੇ ਵਿੱਚੋਂ ਭੱਟ ਜਾਲਪ ਜੀ, ਭੱਟ ਕੀਰਤ ਜੀ ਅਤੇ ਭੱਟ ਮਥੁਰਾ ਜੀ। ਅੱਗੇ ਜਿਹੜੇ ਉਹਨਾਂ ਤੋਂ ਸਨ ਭੱਟ ਸੇਖਾ ਜੀ, ਉਹਨਾਂ ਦੇ ਪੁੱਤਰ ਸਨ ਸੱਲ ਅਤੇ ਭੱਲ ਜੀ, ਭੱਟ ਸੱਲ ਜੀ ਅਤੇ ਭੱਟ ਭੱਲ ਜੀ। ਅੱਗੇ ਜਿਹੜੇ ਉਹਨਾਂ ਦੇ ਭਰਾ ਸਨ ਤੋਖਾ ਜੀ, ਉਹਨਾਂ ਦੇ ਪੁੱਤਰ ਸਨ ਭੱਟ ਬੱਲ ਜੀ ਅਤੇ ਭੱਟ ਨਲ ਜੀ। ਅੱਗੇ ਜਿਹੜੇ ਉਹਨਾਂ ਦੇ ਭਰਾ ਸਨ ਗੋਖਾ ਜੀ, ਉਹਨਾਂ ਦੇ ਪੁੱਤਰ ਸਨ ਕੇਵਲ ਹਰਬੰਸ ਜੀ। ਅਤੇ ਜਿਹੜੇ ਭੱਟ ਟੋਡਾ ਜੀ ਸਨ, ਉਹਨਾਂ ਦੇ 2 ਪੁੱਤਰ ਸਨ ਭੱਟ ਗਯੰਦ ਜੀ ਅਤੇ ਭੱਟ ਕਲ ਸਹਾਰ ਜੀ। ਭਾਵ ਕਿ ਇੱਕ ਪਰਿਵਾਰ ਦੇ ਸਾਰੇ ਜਿਹੜੇ ਪਹਿਲਾਂ 5 ਭਰਾ ਸਨ, ਇਹਨਾਂ ਦੇ ਜਿਹੜੇ ਅਗਲੇ ਪੁੱਤਰ ਹਨ ਉਹ 11 ਬਣਦੇ ਹਨ, ਅਤੇ 11 ਅਤੇ 10 ਬਣਦੇ ਹਨ। ਅਤੇ 11ਵੇਂ ਭੱਟ ਭਿੱਖਾ ਜੀ, ਇਹ 11 ਭੱਟਾਂ ਦੀ ਬਾਣੀ 5 ਗੁਰੂ ਸਾਹਿਬਾਨਾਂ ਦੀ ਸਿਫਤ ਵਿੱਚ ਇਹਨਾਂ ਨੇ ਸਵਈਏ ਉਚਾਰੇ ਹਨ। ਮੰਨਿਆ ਜਾਂਦਾ ਹੈ, ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਇੱਕ ਵਾਰ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਭੱਟ ਟੋਡਾ ਜੀ ਅਤੇ ਇੱਕ ਭੱਟ ਹੋਰ, ਇਹ ਦੋਨੋਂ ਭੱਟ ਜਿਹੜੇ ਸਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਵੀ ਚੱਲ ਆਏ ਸਨ। ਇਸ ਕਰਕੇ ਜਿਸ ਸਮੇਂ ਗੋਇੰਦਵਾਲ ਪਹੁੰਚੇ ਸਨ, ਉਸ ਸਮੇਂ ਤੱਕ ਗੁਰੂ ਅਮਰਦਾਸ ਸਾਹਿਬ ਦੀ ਜੋਤੀ ਜੋਤ ਸਮਾਉਣ ਵਾਲੇ ਸਨ। ਫਿਰ ਕਾਫੀ ਸਮਾਂ ਰਹੇ, ਫਿਰ ਇਹਨਾਂ ਨੇ ਦੇਖਿਆ ਕਿ ਗੁਰੂ ਰਾਮਦਾਸ ਸਾਹਿਬ ਜੀ ਵੀ ਜੋਤੀ ਜੋਤ ਸਮਾ ਗਏ ਹਨ ਅਤੇ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਿਆਈ ਦੇ ਗਏ ਹਨ। ਫਿਰ ਇਸ ਕਰਕੇ ਜਦੋਂ ਗੁਰੂ ਸਾਹਿਬ ਜੀ ਪਾਵਨ ਬਾਣੀ ਦੀ ਰਚਨਾ ਕਰਨ ਲੱਗੇ, ਇਹ ਸਾਰੇ ਭੱਟ ਉਹਨਾਂ ਪਾਸ ਆਏ ਅਤੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਸਾਡਾ ਜਨਮ ਸਫਲਾ ਕਰੋ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਤੁਹਾਡਾ ਜਨਮ ਪਰਮੇਸ਼ਰ ਦੀ ਕੀਰਤ ਕਰਨ ਦੇ ਨਾਲ ਸਫਲਾ ਹੋਏਗਾ। ਪਰ ਕਹਿਣ ਲੱਗੇ ਸਾਨੂੰ ਪਰਮੇਸ਼ਰ ਦੇ ਸਰੂਪ ਦਾ ਪੂਰਾ ਪਤਾ ਨਹੀਂ। ਤਦ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਲਯੁੱਗ ਦੇ ਉਧਾਰ ਕਰਤਾ ਅਕਾਲ ਪੁਰਖ ਸਰੂਪ ਗੁਰੂ ਨਾਨਕ ਇਸ ਯੁੱਗ ਵਿੱਚ ਪ੍ਰਗਟੇ ਹਨ। ਉਹਨਾਂ ਦੀ ਸਿਫਤ ਸਲਾਹ ਦਾ ਗਾਇਨ ਕਰੋਗੇ ਤਾਂ ਤੁਹਾਡੇ ਜੀਵਨ ਦੀ ਕਲਿਆਣ ਹੋਵੇਗੀ। ਫਿਰ ਸਾਰੇ ਭੱਟ ਸਾਹਿਬਾਨਾਂ ਨੇ ਆਪੋ ਆਪਣੇ ਸਮਰੱਥਾ ਅਨੁਸਾਰ ਗੁਰੂ ਬਖਸ਼ਿਸ਼ ਕਰਕੇ ਭੱਟ ਸਵਈਆਂ ਦਾ ਉਚਾਰਨ ਕੀਤਾ। ਗੁਰੂ ਨਾਨਕ ਸਾਹਿਬ ਜੀ ਦੇ ਬਾਰੇ 10 ਸਵਈਏ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਿਫਤ ਸਲਾਹ ਵਿੱਚ 10 ਸਵਈਏ, ਗੁਰੂ ਅਮਰਦਾਸ ਸਾਹਿਬ ਦੀ ਸਿਫਤ ਸਲਾਹ ਵਿੱਚ 22 ਸਵਈਏ, ਅਤੇ ਸਭ ਤੋਂ ਵੱਧ ਗੁਰੂ ਰਾਮਦਾਸ ਸਾਹਿਬ ਜੀ ਦੀ ਕੀਰਤੀ ਦੇ ਵਿੱਚ 60 ਸਵਈਏ,
ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕੀਰਤੀ ਦੇ ਵਿੱਚ 21 ਸਵਈਆਂ ਦੀ ਰਚਨਾ ਕਰਕੇ ਕੁੱਲ 123 ਸਵਈਆਂ ਦੀ ਰਚਨਾ ਇਹਨਾਂ 11 ਭੱਟ ਸਾਹਿਬਾਨਾਂ ਨੇ ਕੀਤੀ ਹੈ, ਜੋ 1399 ਅੰਗ ਤੋਂ 1409 ਅੰਗ ਤੱਕ ਸੁਭਾਏਮਾਨ ਹੈ। ਫਿਰ ਭੱਟ ਕੇਵਲ ਜਿਹੜੇ ਜਸ ਗਾਉਣ ਵਾਲੇ ਨਹੀਂ ਸਨ, ਭੱਟਾਂ ਦੇ ਵਿੱਚ ਐਸੇ ਵੀ ਭੱਟ ਸਨ ਜਿਨ੍ਹਾਂ ਨੇ ਪੂਰੀ ਤਰ੍ਹਾਂ ਗੁਰਮਤਿ ਵਾਲੇ ਜੀਵਨ ਨੂੰ ਪ੍ਰਣਾ ਕੇ ਤੇ ਗੁਰੂ ਘਰ ਦੀ ਸੇਵਾ ਵਿੱਚ ਨਿਰੰਤਰ ਜੁਟੇ ਰਹੇ। ਇਹਨਾਂ ਦੇ ਵਿੱਚੋਂ 2 ਭੱਟ ਸਾਹਿਬਾਨ ਸ਼ਹੀਦ ਵੀ ਹੋਏ ਹਨ। ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਭੱਟ ਮਥੁਰਾ ਜੀ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੰਗ ਦੇ ਵਿੱਚ 2 ਅਕਤੂਬਰ 1600 ਈਸਵੀ ਨੂੰ ਹਰਗੋਬਿੰਦਪੁਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸਨ। ਉਹਨਾਂ ਦੇ ਨਾਮ 'ਤੇ ਅੱਜ ਵੀ ਉੱਥੇ ਵੱਡਾ ਯਾਦਗਾਰੀ ਲੰਗਰ ਹਾਲ ਬਣਿਆ। ਭੱਟ ਮਥੁਰਾ ਜੀ ਉੱਥੇ ਸ਼ਹੀਦ ਹੋਏ ਸਨ। ਇਸ ਤੋਂ ਅੱਗੇ ਭੱਟ ਕੀਰਤ ਜੀ, ਇਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੰਗ ਦੇ ਸਮੇਂ 1634 ਵਿੱਚ ਅੰਮ੍ਰਿਤਸਰ ਦੀ ਜੋ ਜੰਗ ਹੋਈ ਸੀ ਉਹਦੇ ਵਿੱਚ ਭੱਟ ਕੀਰਤ ਜੀ ਸ਼ਹੀਦ ਹੋਏ ਸਨ। ਗੁਰੂ ਘਰ ਦੇ ਨਾਲ ਭੱਟ ਸਾਹਿਬਾਨਾਂ ਦਾ ਬੜਾ ਨੇਹੋ ਪੂਰਨ ਸਿਦਕਵਾਨਾਂ ਵਾਲਾ ਨਾਤਾ ਸੀ। ਹੁਣ ਅਸੀਂ ਇੱਕ ਵਿਸ਼ਾ ਅਰਜ ਆਪਦੇ ਸਨਮੁਖ ਰੱਖਣਾ ਕਿ ਭੱਟ ਬਾਣੀ ਦੇ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਗੁਰੂ ਸਾਹਿਬ ਜੀ ਦੀ ਕੇਵਲ ਸਿਫਤ ਸਲਾਹ ਹੈ। ਅਜੇ ਤੱਕ ਪੰਥ 'ਚ ਕੇਵਲ ਇੰਨਾ ਕੀ ਪਤਾ ਲੱਗਾ ਕਿ ਗੁਰੂ ਸਾਹਿਬਾਨਾਂ ਦੀ ਸਿਫਤ ਹੈ, ਪਰ ਇਹ ਨਹੀਂ ਪਤਾ ਕਿ ਇਹਦਾ ਮਗਰਲਾ ਪਿਛੋਕੜ ਕੀ ਹੈ। ਜਦੋਂ ਤੋਂ ਗੁਰਸਿੱਖੀ ਦਾ ਨਿਰਮਲ ਪੰਥ ਦਾ ਪ੍ਰਕਾਸ਼ ਹੋਇਆ, ਉਦੋਂ ਤੋਂ ਭਾਈ ਮਰਦਾਨਾ ਜੀ ਵਰਗੇ ਗੁਰਸਿੱਖਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹਿ ਕੇ ਦੇਖਿਆ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅਧਿਆਤਮਕ ਹਸਤੀ ਕਿੱਡੀ ਵੱਡੀ ਹੈ। ਉਹਨਾਂ ਨੇ ਗੁਰੂ ਨਾਨਕ ਦੇ ਨੂਰ ਨੂੰ ਸਭ ਜਗ੍ਹਾ ਦੇਖਿਆ। ਜਿਵੇਂ ਜਿੰਨੀਆਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਕੌਤਕ ਵਾਪਰੇ, ਜਦੋਂ ਸਿੱਧਾਂ ਦੇ ਨਾਲ ਕਰਾਮਾਤੀ ਰੂਪਾਂ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸੰਵਾਦ ਹੋਇਆ। ਹੁਣ ਕੁਦਰਤੀ ਆ ਉਹ ਭਾਈ ਮਰਦਾਨਾ ਜੀ ਨੇ ਉਹ ਸਾਰੇ ਕੌਤਕ ਦੇਖੇ ਨੇ। ਠੀਕ ਹੈ, ਭਾਈ ਮਰਦਾਨਾ ਜੀ ਉਹਨਾਂ ਦਾ ਬਿਆਨ ਨਹੀਂ ਕਰ ਸਕੇ, ਪਰ ਉਹਨਾਂ ਨੂੰ ਗੁਰੂ ਦੇ ਅਗੰਮ ਨਿਗਮ ਸਰੂਪ ਦਾ ਤਾਂ ਪਤਾ ਹੈ ਕਿ ਗੁਰੂ ਕੇਵਲ ਦੇਹ ਨਹੀਂ ਹੈ, ਗੁਰੂ ਸਮੁੱਚੇ ਬ੍ਰਹਿਮੰਡ ਦਾ ਕਰਤਾ ਹੈ, ਜਿਹੜਾ ਮਨੁੱਖਾ ਸਰੂਪ ਧਾਰਨ ਕਰਕੇ ਧਰਤੀ 'ਤੇ ਵਿਚਰ ਰਿਹਾ। ਕਿਉਂਕਿ ਕਲਯੁਗ ਦੇ ਜੀਵ ਇੰਨੇ ਜ਼ਿਆਦਾ ਅੰਧੇ ਹੋ ਗਏ ਨੇ ਅਗਿਆਨ ਵਿੱਚ, ਅਧਰਮ ਵਿੱਚ, ਮਾਇਆ ਦੇ ਪ੍ਰਪੰਚ ਕਰਕੇ ਕਿ ਇਹਨਾਂ ਨੂੰ ਘੱਟ ਵਸੇ ਪਰਮੇਸ਼ਰ ਦੀ ਸੋਝੀ ਹੋਣੀ ਤਾਂ ਕੀ, ਕਿ ਇਹਨਾਂ ਨੂੰ ਕਿਸੇ ਹੋਰ ਪੈਗੰਬਰਾਂ ਦੇ ਰੂਪ ਵਿੱਚ ਮਾਲਕ ਦੀ ਸੋਝੀ ਹੋਣੀ ਤਾਂ ਕਿ ਜਿੰਨਾ ਚਿਰ ਪਰਮੇਸ਼ਰ ਇਹਨਾਂ ਵਰਗਾ ਮਨੁੱਖਾ ਰੂਪ ਧਾਰਨ ਕਰਕੇ ਨਹੀਂ ਆਏਗਾ, ਉਨਾ ਚਿਰ ਮਾਨਵਤਾ ਨੂੰ ਕੋਈ ਸੋਝੀ ਨਹੀਂ ਹੋਏਗੀ। ਇਸ ਕਰਕੇ ਗੁਰਸਿੱਖ ਪੰਥ ਦੇ ਆਰੰਭ ਤੋਂ ਹੀ ਗੁਰੂ ਸਾਹਿਬਾਨਾਂ ਦੀ ਪਰਮ ਹਸਤੀ ਦਾ ਭੇਦ ਜਿਹੜੇ ਗੁਰਸਿੱਖਾਂ ਨੇ ਨੇੜਿਓਂ ਬਹੁਤ ਨੇੜਿਓਂ ਤੱਕਿਆ ਸੀ, ਉਹਨਾਂ ਨੇ ਉਹਦਾ ਬਿਆਨ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਵੇਂ ਸਭ ਤੋਂ ਪਹਿਲਾਂ ਗੁਰੂ ਸਾਹਿਬਾਨਾਂ ਦੇ ਅਗਮ ਨਿਗਮ ਸਰੂਪ ਦੀ ਬਾਤ ਭਾਈ ਗੁਰਦਾਸ ਸਾਹਿਬ ਜੀ ਕਰਦੇ ਨੇ। ਭਾਈ ਗੁਰਦਾਸ ਸਾਹਿਬ ਜੀ ਆਖਦੇ ਹਨ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਇਤਿਹਾਸ ਕਹਿੰਦਾ ਹੈ ਕਿ ਜੀ ਬਹੁਤਾ ਕੁਝ ਨਹੀਂ ਹੋਇਆ, ਬਸ ਕੇਵਲ ਤਲਵੰਡੀ ਵਿਖੇ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋ ਗਏ, ਜਨਮ ਹੋ ਗਿਆ। ਪਰ ਭਾਈ ਗੁਰਦਾਸ ਸਾਹਿਬ ਜੀ ਜਿਨ੍ਹਾਂ ਨੇ ਗੁਰੂ ਦੇ ਬ੍ਰਹਮੰਡੀ ਸਰੂਪ ਨੂੰ, ਜਿਹੜਾ ਸਾਰੇ ਬ੍ਰਹਿਮੰਡ ਵਿੱਚ ਗੁਰੂ ਦਾ ਸਰੂਪ ਰਮਿਆ ਹੋਇਆ ਹੈ, ਜਦੋਂ ਉਹਦਾ ਸਰੂਪ ਦਾ ਧਿਆਨ ਧਰਿਆ ਤੇ ਉਹਨਾਂ ਨੂੰ ਅਨੁਭਵ ਹੋਇਆ ਕਿ ਜਦੋਂ ਗੁਰੂ ਨਾਨਕ ਸਾਹਿਬ ਧਰਤੀ 'ਤੇ ਪ੍ਰਗਟੇ ਸਨ, ਉਹ ਕਿਸੇ ਆਮ ਮਨੁੱਖਾਂ ਵਾਂਗ ਨਹੀਂ ਆਏ। ਉਹਨਾਂ ਦੇ ਆਉਣ ਦਾ ਇੱਕ ਬੜਾ ਵੱਡਾ ਪ੍ਰਯੋਜਨ ਸੀ, ਤੇ ਉਹ ਪ੍ਰਯੋਜਨ ਸੀ ਸੁਣੀ ਪੁਕਾਰ, ਕਿ ਸਾਰੀ ਕਾਇਨਾਤ ਪੁਕਾਰ ਰਹੀ ਸੀ। ਪਸ਼ੂਆਂ ਤੋਂ ਲੈ ਕੇ ਮਨੁੱਖ, ਧਰਮ ਤੋਂ ਲੈ ਕੇ ਅਧਰਮੀ, ਸਾਰਿਆਂ ਨੇ ਪੁਕਾਰ ਕੀਤੀ ਕਿ ਸਾਡੀ ਸ੍ਰਿਸ਼ਟੀ ਦਾ ਕਲਿਆਣ ਹੋਵੇ, ਅਧਰਮ ਦੀ ਧੁੰਦ ਹਟ ਜਾਵੇ, ਸੱਚ ਦਾ ਪ੍ਰਕਾਸ਼ ਹੋਵੇ। ਤੇ ਕਹਿੰਦੇ ਇਸ ਕਰਕੇ ਗੁਰੂ ਨਾਨਕ ਪ੍ਰਗਟੇ। ਫਿਰ ਉਹਨਾਂ ਜ਼ਿਕਰ ਕੀਤਾ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਵਾਰਾਂ ਦੇ ਵਿੱਚ ਉਹਨਾਂ ਨੇ ਆਖਿਆ, ਜਾਹਰ ਪੀਰ ਜਗਤ ਗੁਰ ਬਾਬਾ, ਸ਼ਬਦ ਜਿਤੀ ਸਿਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਇਹ ਸਾਰੇ ਵਾਕ ਭਾਈ ਗੁਰਦਾਸ ਸਾਹਿਬ ਜੀ ਨੇ ਕਹਿ ਕੇ ਸਾਨੂੰ ਗੁਰੂ ਦੇ ਅਗੰਮ ਸਰੂਪ ਦੇ ਦਰਸ਼ਨ ਕਰਾਏ ਹਨ। ਅੱਗੇ ਸਿਲਸਿਲਾ ਚੱਲਦਾ ਭਾਈ ਨੰਦ ਲਾਲ ਜੀ। ਭਾਈ ਨੰਦ ਲਾਲ ਜਦੋਂ ਗੁਰੂ ਘਰ ਨਾਲ ਜੁੜਦੇ ਹਨ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੇੜੇ ਰਹਿ ਕੇ ਪ੍ਰੀਤ ਦੇ ਵਿੱਚ ਢਲ ਕੇ ਗਿਆਨਵਾਨ ਹਨ, ਤੇ ਉਹ ਗੁਰੂ ਸਾਹਿਬਾਨਾਂ ਦੀ ਵੱਡੀ ਉਸਤਤ ਗਾਇਨ ਕਰਦੇ ਹਨ। ਜਿਵੇਂ ਗੁਰੂ ਨਾਨਕ ਸਾਹਿਬ ਜੀ ਬਾਰੇ ਉਹਨਾਂ ਦੇ ਵਾਕ ਹਨ, ਨਾਮ ਊ ਸ਼ਾਹੇ ਨਾਨਕ ਹਕ ਕੇਸ਼, ਕੇ ਨਿਆਇਦ ਚੁਨੂ ਦਿਗਰ ਦਰਵੇਸ਼, ਪੈਸ਼ੀਨੀ ਅਰ ਪੇਸ਼ਤਰ ਆਮਦਾ ਗੁਰੂ ਨਾਨਕ। ਗੁਰੂ ਨਾਨਕ ਆਮਦ ਨਾਰਾਇਣ ਸਰੂਪ। ਉਹਨਾਂ ਨੇ ਸਾਰੀ ਉਸਤਤ ਗਾਇਨ ਕੀਤੀ। ਇਹਦਾ ਭਾਵ ਇਹ ਹੈ ਕਿ ਗੁਰੂ ਸਰੂਪ ਦੀਆਂ 3 ਜਿਹੜੇ ਅਨੁਭਵ ਹਨ ਗੁਰੂ ਸਰੂਪ ਦੇ,
ਇੱਕ ਉਹ ਹੈ ਜਿਨ੍ਹੇ ਕੇਵਲ ਗੁਰੂ ਨੂੰ ਗਿਆਨ ਦਾ ਪ੍ਰਕਾਸ਼ਕ ਜਾਣਿਆ। ਜਿਵੇਂ ਬਹੁਤੇ ਲੋਕ ਸਮਝਦੇ ਨੇ ਕਿ ਗੁਰੂ ਸਾਹਿਬਾਨਾਂ ਨੇ ਬਾਣੀ ਉਚਾਰੀ, ਸਾਨੂੰ ਬਾਣੀ ਤੋਂ ਗਿਆਨ ਮਿਲਦਾ ਇੱਥੋਂ ਤੱਕ। ਇੱਕ ਉਹ ਹਨ ਜਿਹੜੇ ਗੁਰੂ ਦੀ ਪ੍ਰੀਤ ਦੇ ਵਿੱਚ ਢਲ ਕੇ ਉਹਨਾਂ ਨੇ ਗੁਰੂ ਸਰੂਪ ਨੂੰ ਜਾਣਿਆ ਕਿ ਗੁਰੂ ਸਰੂਪ ਆਪਣੀ ਦੇਹ ਤੋਂ ਪਰਾਂ ਵੀ ਹੈ। ਇਹਦਾ ਕੇਵਲ ਪ੍ਰਕਾਸ਼ ਇੰਨਾ ਨਹੀਂ ਜਿੰਨਾ ਦੇਹ 'ਚ ਆ ਗਿਆ, ਇਸ ਤੋਂ ਪਰਾਂ ਵੀ ਬੜਾ ਪ੍ਰਕਾਸ਼ ਹੈ। ਫਿਰ ਇੱਕ ਐਸੇ ਹਨ ਜਿਹੜੇ ਸਤਿਗੁਰੂ ਸਰੂਪ ਦੇ ਵਿੱਚ ਹੀ ਸਮਾ ਗਏ ਅਤੇ ਉਹਨਾਂ ਨੇ ਜਾਣਿਆ ਕਿ ਗੁਰੂ ਨਾਨਕ ਬ੍ਰਹਿਮੰਡ ਹੀ ਹੈ, ਗੁਰੂ ਨਾਨਕ ਹੀ ਅਕਾਲ ਪੁਰਖ ਹੈ। ਅਤੇ ਅਕਾਲ ਪੁਰਖ ਨੇ ਖੁਦ ਮਨੁੱਖਾ ਰੂਪ ਦੇ ਵਿੱਚ ਪ੍ਰਗਟ ਕੇ ਬਾਣੀ ਦੁਆਰਾ ਆਪਣੇ ਭੇਦ ਦਾ ਪ੍ਰਗਟਾਵਾ ਕਰਕੇ ਆਪਣੇ ਤੱਕ ਅਭੇਦ ਹੋਣ ਦਾ ਸਾਨੂੰ ਮਾਰਗ ਦਿੱਤਾ ਹੈ। ਇਸ ਕਰਕੇ ਜਿਹੜੇ ਕੇਵਲ ਇੰਨੀ ਕੁ ਤਨਜ ਕਰਦੇ ਹਨ ਕਿ ਭੱਟ ਸਾਹਿਬਾਨਾਂ ਦੀ ਬਾਣੀ ਕੇਵਲ ਗੁਰੂ ਉਸਤਤ ਹੈ, ਤਾਂ ਸਾਨੂੰ ਸਮਝ ਲੈਣਾ ਚਾਹੀਦਾ ਇਹਦਾ ਸਿਲਸਿਲਾ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵੇਲੇ ਤੋਂ ਸ਼ੁਰੂ ਹੋ ਗਿਆ ਸੀ। ਇਸ ਕਰਕੇ ਕਿਉਂਕਿ ਭੱਟ ਬਾਣੀ ਦੇ ਸੰਬੰਧ ਵਿੱਚ ਪੰਥ ਵਿੱਚ ਬੜਾ ਝਗੜਾ ਰਿਹਾ ਹੈ। ਇੱਕ ਸਮੇਂ ਕੁਝ ਐਸੇ ਵੀ ਮਨਮੁਖ ਸਿੱਖ ਪੰਥ ਅੰਦਰ ਪੈਦਾ ਹੋਏ ਸਨ ਜਿਨ੍ਹਾਂ ਨੇ ਭੱਟ ਬਾਣੀ ਕੱਢ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਛਾਪ ਦਿੱਤੀ ਸੀ, ਕਿਹਾ ਕਿ ਇਹ ਬਾਣੀ ਗੁਰਮਤਿ ਦੇ ਅਨੁਸਾਰ ਨਹੀਂ ਹੈ। ਐਸੇ ਵੀ ਯਤਨ ਹੋਏ। ਅੱਜ ਵੀ ਕਈ ਪੰਥ ਦੇ ਵਿੱਚ ਗਰੁੱਪ ਐਸੇ ਚੱਲਦੇ ਨੇ ਜਿਹੜੇ ਭੱਟ ਬਾਣੀ ਦੇ ਨਾਲ ਬਿਲਕੁਲ ਸਹਿਮਤ ਨਹੀਂ ਹਨ। ਕਈ ਭੱਟਾਂ ਦੇ ਉੱਪਰ ਬੜੀਆਂ ਨਿਮਨ ਕਿਸਮ ਦੀਆਂ ਟਿੱਪਣੀਆਂ ਕਰਦੇ ਹਨ, ਪਰ ਛੋਟੀ ਸੁਰਤ ਵੱਡੀ ਗੱਲ ਨਹੀਂ ਬੁੱਝ ਸਕਦੀ। ਇਸ ਕਰਕੇ ਫਿਰ ਇਹ ਪੂਰੀ ਟਰਡੀਸ਼ਨ ਦਾ ਤਾਂ ਜ਼ਿਕਰ ਕੀਤਾ ਕਿ ਜਦੋਂ ਹੁਣ ਦੇਖੋ, ਜਦੋਂ ਗੁਰੂ ਭਾਈ ਗੁਰਦਾਸ ਸਾਹਿਬ ਦੀ ਆਖਰਿਆਂ ਨੇ ਸੁਣੀ ਪੁਕਾਰ, ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਾਰੇ ਉਹਨਾਂ ਤੋਂ ਆਉਣ ਦੇ ਪਹਿਲਾਂ ਤੋਂ ਯੁੱਗ ਦਾ ਅਭਿਆਸ ਭਾਈ ਗੁਰਦਾਸ ਸਾਹਿਬ ਜੀ ਨੂੰ ਪਤਾ ਹੈ। ਇਸ ਕਰਕੇ ਉਹਨਾਂ ਨੇ ਆਪਣੀ ਇੱਕ ਵਾਰ ਦੀ ਪੌੜੀ ਵਿੱਚ ਭਾਰਤ ਦੀ ਦੁਰਦਸ਼ਾ ਲਿਖੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਕੱਲ ਆਏ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵ ਦੀ ਉਲਟੀ ਵਾੜ ਖੇਤ ਕਉ ਖਾਈ, ਪਰਜਾ ਅੰਦੀ ਗਿਆਨ ਬਿਨ ਕੂੜਕ ਸੱਤ ਮੁਖੋਂ ਆ ਲਾਈ, ਚੇਲੇ ਸਾਜ ਵਜਾਏਂਦੇ ਨੱਚਨ ਗੁਰੂ ਬਹੁਤ ਬਿਦ ਭਾਈ, ਸੇਵਕ ਬੈਠਨ ਘਰਾਂ ਵਿੱਚ ਗੁਰ ਉਠ ਘਰੀ ਤਿਨਾੜੇ ਜਾਈ, ਇਸਤਰੀ ਪੁਰਖੈ ਦਾਮ ਹਿਤ ਭਾਵੇਂ ਆਏ ਕਿਥਾਊ ਜਾਈ, ਵਰਤਿਆ ਪਾਪ ਸਬਸ ਜਗ ਮਾਹੀ। ਕਿ ਭਾਈ ਗੁਰਦਾਸ ਸਾਹਿਬ ਜੀ ਨੂੰ ਪਹਿਲਾਂ ਪਤਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਥੋੜ੍ਹਾ ਕਿਹਾ ਕਿ ਮੈਂ ਗੁਰੂ ਨਾਨਕ ਨੂੰ ਗੁਰੂ ਮੰਨਦਾ ਅਤੇ ਮੈਂ ਤਾਂ ਇਹਦੀ ਸਿਫਤ ਕਰ ਰਿਹਾ, ਜਿਵੇਂ ਆਮ ਲੋਕ ਭੱਟ ਬਾਣੀ ਬਾਰੇ ਆਖਦੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਪਹਿਲਾਂ ਸਾਰੇ ਉਸ ਯੁੱਗ ਦਾ ਅਨੁਭਵ ਪ੍ਰਾਪਤ ਕੀਤਾ ਕਿ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਯੁੱਗ ਦੀ ਹਾਲਤ ਕੀ ਸੀ, ਅਤੇ ਉਸ ਯੁੱਗ ਦੀ ਹਾਲਤ ਦਾ ਹੱਲ ਕਰਨ ਦੇ ਲਈ, ਉਹਨੂੰ ਨਵਾਜ਼ਿਸ਼ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਆਏ ਸਨ। ਹੁਣ ਜਦੋਂ ਭਾਈ ਨੰਦ ਲਾਲ ਜੀ ਆਖਦੇ ਹਨ ਬਾਦਸ਼ਾਹ ਦਰਵੇਸ਼, ਅਤੇ ਉਹਨਾਂ ਦਾ ਇਹ ਕਹਿਣਾ ਇਕੱਲੀ ਸਿਫਤ ਥੋੜ੍ਹੀ ਹੈ। ਉਹਨਾਂ ਦਾ ਇਹਨਾਂ ਦੋਵਾਂ ਅੱਖਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਰਸ਼ਨ ਕਰਾ ਦੇਣ ਵਾਲੀ ਗੱਲ ਹੈ ਕਿ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਾਦਸ਼ਾਹ ਰੂਪ 'ਚ ਦੇਖੋਗੇ ਅਤੇ ਕਿਸੇ ਦੁਨਿਆਵੀ ਬਾਦਸ਼ਾਹ ਦੀ ਸ਼ਾਨੋ ਸ਼ੌਕਤ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਨਹੀਂ ਪਹੁੰਚ ਸਕਦੀ। ਜੇ ਤੁਸੀਂ ਦਰਵੇਸ਼ ਦੇਖੋਗੇ ਗੁਰੂ ਗੋਬਿੰਦ ਸਿੰਘ ਵਰਗਾ, ਆਪਣੇ ਸਾਰੇ ਸ਼ਾਨੋ ਸ਼ੌਕਤ ਦੇ ਤਾਜ ਨੂੰ ਤੱਜ ਕੇ ਬਿਲਕੁਲ ਇੱਕ ਸਾਦੇ ਲਿਬਾਸ ਦੇ ਵਿੱਚ ਬੈਠ ਕੇ ਟਿੰਡ ਦਾ ਸਰਾਣਾ ਲਾ ਕੇ ਮਾਲਕ ਦਾ ਗੀਤ ਗਾਉਣ ਵਾਲਾ ਤੁਹਾਨੂੰ ਦਰਵੇਸ਼ ਵੀ ਕਿਤੇ ਨਹੀਂ ਲੱਭੇਗਾ। ਇਸ ਕਰਕੇ ਇਹ ਇਕੱਲੀ ਸਿਫਤ ਥੋੜ੍ਹਾ ਹੈ। ਇਸ ਸਿਫਤ ਦੇ ਵਿੱਚ ਗੁਰੂ ਦੇ ਅਗਮ ਨਿਗਮ ਸਰੂਪ ਦਾ ਗਿਆਨ ਸਮਾਇਆ ਹੋਇਆ। ਇਸ ਕਰਕੇ ਭੱਟ ਸਾਹਿਬਾਨਾਂ ਦੀ ਬਾਣੀ ਕੇਵਲ ਗੁਰੂ ਸਿਫਤ ਨਹੀਂ ਹੈ, ਭੱਟ ਸਾਹਿਬਾਨਾਂ ਦੀ ਗੁਰੂ ਦੇ ਉਸ ਸਰੂਪ ਦੀ ਸਿਫਤ ਸਲਾਹ ਹੈ ਜਿਹੜੇ ਸਰੂਪ ਨੂੰ ਅਸੀਂ ਤੁਸੀਂ ਇਹਨਾਂ ਅੱਖਾਂ ਦੇ ਨਾਲ, ਇਹਨਾਂ ਬੁੱਧੀ ਦੇ ਨਾਲ ਨਹੀਂ ਬੁੱਝ ਸਕਦੇ। ਸਾਡੀ ਸੁਰਤ ਏਡੀ ਵੱਡੀ ਨਹੀਂ ਕਿ ਅਸੀਂ ਗੁਰੂ ਦੇ ਪੂਰੇ ਬ੍ਰਹਿਮੰਡ ਵਿੱਚੋਂ ਦਰਸ਼ਨ ਕਰ ਸਕੀਏ, ਪਰ ਗੁਰੂ ਨੇ ਆਪਣੇ ਸਰੂਪ ਦਾ ਭੇਦ ਸਿੱਖਾਂ ਨੂੰ ਹੀ ਦੇਣਾ ਹੈ। ਫਿਰ ਜਦੋਂ ਭੱਟਾਂ ਦੀ ਪ੍ਰਤਿਭਾ ਗੁਰੂ ਸਾਹਿਬ ਨੇ ਦੇਖੀ ਅਤੇ ਉਹਨਾਂ ਨੂੰ ਆਪਣੇ ਸੰਪੂਰਨ ਜਲਾਓ ਦਾ ਜਿਹੜਾ ਹੈ ਝਲਕ ਬਖਸ਼ਿਸ਼ ਕੀਤੀ, ਉਹਨਾਂ ਨੇ ਫਿਰ ਗੁਰੂ ਨਾਨਕ ਸਰੂਪ ਨੂੰ ਐਡਾ ਵੱਡਾ ਤੱਕਿਆ ਕਿ ਫਿਰ ਕਿਹਾ ਕਿ ਗੁਰੂ ਨਾਨਕ ਆਦਿ ਪੁਰਖ ਹੈ। ਫਿਰ ਭੱਟ ਸਾਹਿਬਾਨਾਂ ਦੀ ਬਾਣੀ ਜਿੰਨਾ ਵੱਡਾ ਵਿਸ਼ਵਾਸ ਸਿੱਖ ਦੇ ਮਨ 'ਚ ਗੁਰੂ ਦਾ ਪੈਦਾ ਕਰਦੀ ਹੈ, ਫਿਰ ਇਹ ਟਰਡੀਸ਼ਨ ਅੱਗੇ ਕਿੰਨੀ ਚੱਲਦੀ ਹੈ, ਕਵੀ ਸੰਤੋਖ ਸਿੰਘ ਜੀ ਤੱਕ ਆਉਂਦੀ ਹੈ ਅਤੇ ਉਹਨਾਂ ਦਾ ਬਣਿਆ ਹੋਇਆ ਬਿੰਬ ਹੀ ਅੱਗੇ ਸਾਰੇ ਵਰਤਦੇ ਹਨ। ਜਿਵੇਂ ਹੁਣ ਸਾਨੂੰ ਇਤਿਹਾਸ ਕੀ ਦੱਸਦਾ ਹੈ, ਗੁਰੂ ਨਾਨਕ ਸਾਹਿਬ ਦੇ ਅਧਿਆਤਮਕ ਰਾਜ ਬਾਰੇ ਅਜੇ ਤੱਕ ਇਤਿਹਾਸਕ ਕੋਈ ਲਫ਼ਜ਼ ਨਹੀਂ ਬਣਿਆ। ਜਿਵੇਂ ਕੁਦਰਤੀ ਹੈ, ਜਦੋਂ ਭਾਰਤ ਦੀ ਇੱਕ ਇਸਤਰੀ ਪ੍ਰਧਾਨ ਮੰਤਰੀ ਹੋਈ, ਉਹਦੇ ਰਾਜ ਨੂੰ ਅੱਜ ਵੀ ਸਸਤਾ ਯੁੱਗ ਮੰਨਿਆ ਜਾਂਦਾ ਕਿ ਉਹਦਾ ਰਾਜ ਬੜਾ ਸਸਤਾ ਸੀ ਜੀ। ਪਰ ਜਿਹੜਾ ਗੁਰੂ ਨਾਨਕ ਸਾਹਿਬ ਦਾ ਰਾਜ ਸੀ, ਅਧਿਆਤਮਕ ਰਾਜ, ਜਿਹਦੇ ਵਿੱਚ ਇੰਨੀ ਮਾਨਵਤਾ ਦਾ ਕਲਿਆਣ ਹੋਇਆ, ਕਿਸੇ ਕੋਲੋਂ ਸ਼ਬਦ ਹੀ ਨਹੀਂ ਬਣਿਆ ਕਿ ਉਹਨੂੰ ਕਿਹੜੇ ਸ਼ਬਦਾਂ ਦੇ ਨਾਲ ਤੁਲਨਾ ਦੇਈਏ, ਕਿਸੇ ਕੋਲ ਬਣਿਆ ਨਹੀਂ। ਫਿਰ ਭੱਟ ਸਾਹਿਬਾਨਾਂ ਦੀ ਉੱਚੀ ਸੁਰਤ ਨੇ ਇਹਦਾ ਪ੍ਰਗਟਾਵਾ ਕੀਤਾ
ਕਿ ਗੁਰੂ ਨਾਨਕ ਸਾਹਿਬ ਜੀ ਦਾ ਅਧਿਆਤਮਕ ਰਾਜ, ਜਿਹਦੇ ਵਿੱਚ ਹਰ ਮਜਲੂਮ ਦੀ ਬਾਂਹ ਫੜੀ ਗਈ, ਹਰ ਦੁਰਕਾਰੇ ਅਤੇ ਤ੍ਰਿਸਕਾਰੇ ਬੰਦੇ ਨੂੰ ਗੁਰੂ ਨਾਨਕ ਦੇ ਗਲ ਨਾਲ ਲੱਗਣ ਦਾ ਅਵਸਰ ਮਿਲਿਆ ਅਤੇ ਉਹ ਗੁਰੂ ਨਾਨਕ ਸਰੂਪ ਦੇ ਵਿੱਚ ਅਭੇਦ ਹੋ ਕੇ ਮਾਣ ਪਾ ਗਿਆ। ਜਦੋਂ ਇਸ ਤਰ੍ਹਾਂ ਦਾ ਸਾਰਾ ਦੇਖਿਆ ਗਿਆ, ਸਾਰਾ ਸਿਲਸਿਲਾ, ਤਾਂ ਉਦੋਂ ਜਿਹੜਾ ਗੁਰੂ ਨਾਨਕ ਸਰੂਪ ਦਾ ਜਿਹੜਾ ਤਸੱਵਰ ਸੀ ਉਹਦਾ ਉਚਾਰਨ ਕੀਤਾ। ਅਤੇ ਭੱਟ ਸਾਹਿਬਾਨਾਂ ਨੇ ਜਦੋਂ ਇਹ ਅਧਿਆਤਮਕ ਰਾਜ ਗੁਰੂ ਰਾਮਦਾਸ ਸਾਹਿਬ ਜੀ ਤੱਕ ਪੁੱਜੇਗਾ, ਕਿਉਂਕਿ ਭੱਟ ਗੁਰੂ ਨਾਨਕ ਸਾਹਿਬ ਵੇਲੇ ਨਹੀਂ ਆਏ, ਜਦੋਂ ਉਹਨਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਅਧਿਆਤਮਕ ਰਾਜ ਨੂੰ ਤੱਕਿਆ ਅਤੇ ਉਹਨਾਂ ਨੇ ਕਿਹਾ, ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੇ। ਕਿ ਜਨਕ ਰਾਜਾ ਜਦੋਂ ਸਿੰਘਾਸਣ 'ਤੇ ਬਹਿੰਦਾ ਸੀ, ਉਹਦਾ ਰਾਜ ਐਡਾ ਵੱਡਾ ਸੀ ਕਿ ਉਹਨੇ ਆਪਣੇ 2 ਘੜੀਆਂ ਦੇ ਸਿਮਰਨ ਦੇ ਨਾਲ ਕਹਿੰਦੇ ਸਾਰੇ ਨਰਕ ਖਾਲੀ ਕਰਾ ਦਿੱਤੇ ਸਨ। ਕਿ ਜਨਕ ਰਾਜਾ ਇੱਕ ਵਾਰੀ ਬੈਠਾ, ਨਰਕਾਂ ਦਾ ਜ਼ਿਕਰ ਹੋ ਰਿਹਾ ਸੀ ਕਿ ਨਰਕਾਂ ਦੇ ਵਿੱਚ ਜੀਵ ਬੜੇ ਦੁਖੀ ਹੁੰਦੇ ਨੇ। ਜਨਕ ਕਹਿਣ ਲੱਗਾ, ਗੱਲ ਇਹ ਸੱਚ ਹੈ? ਕਹਿਣ ਲੱਗੇ, ਹਾਂਜੀ ਬਿਲਕੁਲ। ਕਹਿੰਦਾ ਨਰਕਾਂ ਦੇ ਵਿੱਚ ਲੈ ਕੇ ਜਾਓ। ਉਹਨੂੰ ਨਰਕਾਂ ਤੱਕ ਲੈ ਕੇ ਗਏ। ਉਹਨੇ ਦੇਖਿਆ ਉੱਥੇ ਪ੍ਰਾਣੀ ਜਿਹੜੇ ਹਨ ਬੜੇ ਕੁਰਬਲ ਕਰ ਰਹੇ ਹਨ, ਬੜਾ ਜੀਵਨ ਦੁੱਭਰ ਹੈ। ਫਿਰ ਧਰਮਰਾਏ ਨੂੰ ਉਹਨਾਂ ਨੇ, ਜਨਕ ਨੇ ਕਿਹਾ ਕਿ ਸਾਰੇ ਨਰਕ ਖਾਲੀ ਕਰ ਦਿਓ। ਕਹਿਣ ਲੱਗੇ ਕਿ ਇਹਦੇ ਬਰਾਬਰ ਸਿਮਰਨ ਭਗਤੀ ਹੋਣੀ ਚਾਹੀਦੀ ਕਿਸੇ ਦੀ, ਫਿਰ ਨਰਕ ਖਾਲੀ ਹੋਣਗੇ, ਕਿਉਂਕਿ ਮਾੜੇ ਕਰਮ ਕਰਕੇ ਸਾਰੇ ਆਏ ਨੇ। ਉਹ ਕਹਿਣ ਲੱਗੇ, ਚਲੋ ਮੇਰਾ 2 ਘੜੀਆਂ ਦਾ ਸਿਮਰਨ ਲੈ ਲਓ ਅਤੇ ਤੋਲ ਕੇ ਵੇਖ ਲਓ। ਜਦੋਂ ਉਹਦਾ 2 ਘੜੀਆਂ ਦਾ ਸਿਮਰਨ ਰਾਜੇ ਜਨਕ ਦਾ ਤੋਲਿਆ ਗਿਆ ਅਤੇ ਸਾਰੇ ਨਰਕ ਸਾਰੇ ਜੀਵ ਮੁਕਤ ਹੋ ਗਏ। ਇਸ ਕਰਕੇ ਭੱਟ ਸਾਹਿਬਾਨਾਂ ਦਾ ਇਹ ਕਹਿਣਾ ਕਿ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੇ, ਇਹਦੇ ਅਰਥ ਕੀ ਹਨ? ਕਿ ਗੁਰੂ ਨਾਨਕ ਸਾਹਿਬ ਜੀ ਦੇ ਅਧਿਆਤਮਕ ਰਾਜ ਨੇ, ਕਾਨੂੰਨ ਨੇ ਪਾਪ ਨੂੰ ਰੋਕਣਾ ਹੈ, ਅਤੇ ਉਹ ਇੱਕ ਸ਼ਹਿਰ ਦੇ ਵਿੱਚ 10 ਵੱਡੀਆਂ ਜੇਲਾਂ ਬਣਾਉਂਦਾ ਹੈ। ਗੁਰੂ ਨਾਨਕ ਦੇ ਅਧਿਆਤਮਕ ਰਾਜ ਨੇ ਧਰਤੀ 'ਤੇ ਅਧਰਮ ਰੋਕਣਾ ਹੈ, ਪਾਪ ਰੋਕਣਾ ਹੈ। ਉਹਨੇ ਮਨੁੱਖਾਂ ਦੇ ਅੰਦਰਲੇ ਹਰਮੰਦਰ ਦਾ ਸੋਝੀ ਦੇ ਕੇ ਅਤੇ ਬਾਹਰ ਹਰਮੰਦਰ ਦਾ ਮਹਾਂ ਤੀਰਥ ਪ੍ਰਗਟ ਕਰ ਦਿੱਤਾ, ਜਿੱਥੇ ਕੀਰਤਨ ਦੀ ਧਾਰਾ ਦੇ ਨਾਲ ਹਰ ਇੱਕ ਬੰਦੇ ਦੇ ਅੰਦਰਲੇ ਪਾਪ ਨੂੰ ਵਿਸ਼ਰਾਮ ਲੱਗ ਜਾਂਦਾ ਹੈ ਅਤੇ ਬਾਣੀ ਦੇ ਨਾਲ ਉਹਦੇ ਅੰਮ੍ਰਿਤ ਦਾ ਪ੍ਰਕਾਸ਼ ਹੁੰਦਾ। ਇਸ ਕਰਕੇ ਭੱਟ ਆਖਦੇ ਹਨ ਕਿ ਗੁਰੂ ਸਾਹਿਬ ਜੀ ਕਿ ਦੁਨਿਆਵੀ ਰਾਜਿਆਂ ਦਾ ਰਾਜ ਜਿਹੜਾ ਹੈ ਉਹ ਖਤਮ ਹੋ ਜਾਂਦਾ, ਜਾਂ ਜਨਕ ਦੇ ਰਾਜ ਦਾ ਜਿਹੜਾ ਨਜ਼ਾਰਾ ਸਤਯੁੱਗ ਦੇ ਲੋਕਾਂ ਨੇ ਦੇਖਿਆ ਅਤੇ ਲੋਕ ਆਖਦੇ ਸਨ ਹੋ ਸਕਦਾ ਇਹ ਅਸੰਭਵ ਹੋਵੇ, ਉਂਝ ਹੀ ਗੱਲਾਂ ਬਣਾਈਆਂ ਨੇ ਮਿਥਿਹਾਸਕ। ਪਰ ਭੱਟ ਸਾਹਿਬਾਨਾਂ ਨੇ ਜਦੋਂ ਕਿਹਾ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੇ, ਤਾਂ ਉਹਦਾ ਭਾਵ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਨਾਨਕ ਜੋਤ ਨੇ ਕਲਯੁੱਗ ਦੇ ਵਿੱਚ ਐਸਾ ਤੀਰਥ ਪ੍ਰਗਟ ਕੀਤਾ ਕਿ ਸਾਰੀ ਮਾਨਵਤਾ ਨੂੰ ਰੂਹ ਦਾ ਸਕੂਨ ਪ੍ਰਦਾਨ ਕਰ ਰਿਹਾ। ਅੱਜ ਉੱਥੇ ਹਿੰਦੂ ਵੀ ਸਜਦਾ ਕਰਦਾ ਹੈ, ਮੁਸਲਮਾਨ ਵੀ ਚਲਾ ਜਾਂਦਾ ਹੈ, ਸਾਰੀ ਲੋਕਾਈ ਯੂਰਪ ਦੇ ਲੋਕ ਵੀ ਆ ਰਹੇ ਨੇ, ਸਾਰੇ ਤਰ੍ਹਾਂ ਤੋਂ ਨਿਰਾਸ਼ ਬੰਦਾ ਉੱਥੇ ਆਪਣੇ ਸਕੂਨ ਦੀ ਤਲਾਸ਼ ਕਰ ਰਿਹਾ ਹੈ। ਇਸ ਤੋਂ ਵੱਡਾ ਅਧਿਆਤਮਕ ਰਾਜ ਦਾ ਸਾਨੂੰ ਪ੍ਰਮਾਣ ਕਿੱਥੇ ਮਿਲੇਗਾ? ਇਸ ਕਰਕੇ ਭੱਟ ਸਾਹਿਬਾਨਾਂ ਨੇ ਜਿਹੜੀ ਸਾਨੂੰ ਬਾਣੀ ਦੇ ਵਿੱਚ ਸਾਡੀ ਰਹਿਨੁਮਾਈ ਕੀਤੀ ਹੈ, ਉਹ ਸਾਡੀ ਸਿੱਖ ਸੁਰਤ ਨੂੰ ਉੱਚਾ ਕਰਨ ਦੇ ਲਈ ਕੀਤੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਭੱਟ ਸਾਹਿਬਾਨਾਂ ਦੀ ਬਾਣੀ ਤਾਂ ਰਚੀ ਕਿ ਸਿੱਖਾਂ ਦੀ ਸੁਰਤ ਉੱਚੀ ਹੋ ਜਾਵੇ ਅਤੇ ਇਹਨਾਂ ਨੂੰ ਗੁਰੂ ਦੇ ਸੰਪੂਰਨ ਰੂਪ ਦਾ ਪਤਾ ਲੱਗ ਜਾਏ ਕਿ ਗੁਰੂ ਕਿੱਡੀ ਵੱਡੀ ਹਸਤੀ ਹੈ। ਇਸ ਕਰਕੇ ਭੱਟ ਸਾਹਿਬਾਨਾਂ ਨੇ ਆਪਣੀ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਕਿੰਨੇ ਗੌ ਦੇ ਨਾਲ। ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਅਕਾਲ ਮੂਰਤ। ਇਸ ਦਾ ਅਨੁਭਵ ਭੱਟਾਂ ਦੇ ਕੋਲ ਕੀ ਹੈ? ਆਪ ਨਾਰਾਇਣ ਕਲਾ ਧਾਰ। ਮੂਲ ਮੰਤਰ ਦੇ ਵਿੱਚ ਆਖਿਆ ਜਾਂਦਾ ਕਿ ਉਹ ਅਕਾਲ ਪੁਰਖ ਕਾਲ ਤੋਂ ਰਹਿਤ ਹੈ, ਆਕਾਰਾਂ ਦੇ ਵਿੱਚ ਨਹੀਂ ਆਉਂਦਾ ਪਰ ਮੂਰਤੀਮਾਨ ਹੋ ਜਾਂਦਾ ਹੈ ਜਦੋਂ ਸਮੇਂ 'ਤੇ ਲੋੜ ਪੈਂਦੀ ਹੈ। ਅਤੇ ਭੱਟ ਸਾਹਿਬਾਨਾਂ ਨੇ ਕਿਹਾ ਆਪ ਨਾਰਾਇਣ, ਕਿ ਜਿਹੜਾ ਆਪ ਅਕਾਲ ਪੁਰਖ ਉਹਦੇ ਬਾਰੇ ਕਿਹਾ ਜਾਂਦਾ ਕਿ ਉਹ ਕਿਸੇ ਆਕਾਰ ਵਿੱਚ ਨਹੀਂ ਆ ਸਕਦਾ, ਕਿਸੇ ਰੂਪ ਵਿੱਚ ਨਹੀਂ ਆ ਸਕਦਾ, ਪਰ ਕਹਿੰਦੇ ਜਦੋਂ ਕਲਾ ਧਾਰਦਾ ਹੈ ਅਤੇ ਆਪਣੀਆਂ ਸਾਰੇ ਅਨੰਤ ਗੁਣਾਂ ਨੂੰ ਇੱਕ ਸਰੂਪ ਦੇ ਵਿੱਚ ਸਮਾ ਕੇ ਜਗ ਮਹਿ ਪਰਵਰੇ, ਉਹ ਜਗਤ ਵਿੱਚ ਆ ਜਾਂਦਾ ਹੈ। ਫਿਰ ਦੂਜਾ, ਜਦੋਂ ਗੁਰੂ ਦੇ ਸਰੂਪ ਦੇ ਦਰਸ਼ਨ ਕਰਕੇ ਉਸ ਪੱਧਰ ਤੱਕ ਪੁੱਜ ਜਾਣਾ ਜਿੱਥੇ ਜਾ ਕੇ ਸ਼ਬਦ ਦੀ ਸਮਰੱਥਾ ਵੀ ਨਾ ਰਹੇ। ਇਹ ਵੀ ਭੇਦ ਸਾਨੂੰ ਭੱਟ ਸਾਹਿਬਾਨਾਂ ਨੇ ਦਿੱਤਾ ਹੈ। ਅਸੀਂ ਗੁਰੂ ਸਾਹਿਬ ਦੀ ਸਿਫਤ ਕਰਨੀ ਹੋਵੇ, ਸਾਡੇ ਕੋਲ 2 ਕਵਿਤਾਵਾਂ ਹੁੰਦੀਆਂ ਨੇ, ਵੱਧ ਤੋਂ ਵੱਧ ਕੋਈ ਜਿਵੇਂ ਕੁਝ ਵੱਡੇ ਗ੍ਰੰਥ ਰਚੇ ਹੋਏ ਨੇ ਥੋੜ੍ਹੇ ਬਹੁਤ, ਉਹ ਹੁੰਦੇ ਨੇ। ਭੱਟ ਸਾਹਿਬਾਨ ਜਦੋਂ ਗੁਰੂ ਸਾਹਿਬ ਜੀ ਦੀ ਸਿਫਤ ਕਰਦੇ ਗਏ ਉਹਨਾਂ ਨੇ ਆਪਣੇ ਤਮਾਮ ਗਿਆਨ ਦਾ ਜ਼ੋਰ ਲਾ ਦਿੱਤਾ। ਫਿਰ ਉਹਨਾਂ ਨੇ ਅੱਗੇ ਜਾ ਕੇ ਕਿਹਾ ਕਿ ਬਾਣੀ ਦੇ ਵਿੱਚ ਉਹਨਾਂ ਨੇ ਫਿਰ ਗੁਰੂ ਦੇ ਸਿਖਰਲੇ ਰੂਪ ਦਾ ਪ੍ਰਗਟਾਵਾ ਕੀਤਾ।
ਵਾਹਿਗੁਰੂ 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 ਵਾਹਿ ਜੀਓ। ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸੋਧ ਜਿਸੈ ਦਹੀਂ ਭਾਤ ਖਾਹੇ ਜੀਓ। ਫਿਰ ਭੱਟ ਸਾਹਿਬਾਨਾਂ ਨੇ ਸਾਨੂੰ ਗੁਰੂ ਦਾ ਉਹ ਰੂਪ ਸਮਝਾਇਆ ਕਿ ਤੁਹਾਨੂੰ ਇਤਿਹਾਸ ਕਹਿੰਦਾ ਤੁਸੀਂ 1469 ਤੋਂ ਗੱਲ ਸ਼ੁਰੂ ਕਰੋ। ਪਰ ਭੱਟ ਸਾਹਿਬਾਨਾਂ ਨੇ ਕਿਹਾ ਬਾਣੀ ਦੇ ਵਿੱਚ, ਸਤਿਯੁਗ ਤੈ ਮਾਣਿਓ ਛੱਲਿਓ ਬਲ ਬਾਵਨ ਪਾਇਓ, ਕਿ ਗੁਰੂ ਨਾਨਕ ਸਰੂਪ ਜੀ ਤੁਸੀਂ ਇਕੱਲਾ ਕਲਯੁਗ ਦੇ ਵਿੱਚ ਨਹੀਂ, ਸਤਿਯੁਗ ਦੇ ਵਿੱਚ ਕਲਿਆਣ ਕਰਨ ਦੇ ਲਈ ਤੁਹਾਡੇ ਕਿਰਪਾ ਸਰੂਪ ਦੀ ਲੋੜ ਇੰਨੀ ਸੀ, ਤੁਸੀਂ ਆਪਣੇ ਸਰੂਪ ਦੇ ਵਿੱਚੋਂ ਇੱਕ ਸਰੂਪ ਬਾਉਣਾ ਅਵਤਾਰ ਦਾ ਪੈਦਾ ਕੀਤਾ ਅਤੇ ਉਹਨੇ ਸਤਿਯੁਗ ਦਾ ਉਧਾਰ ਕਰ ਦਿੱਤਾ। ਇਸ ਕਰਕੇ ਭੱਟ ਸਾਹਿਬਾਨਾਂ ਦੀ ਬਾਣੀ ਗੁਰੂ ਦੇ ਸਰੂਪ ਨੂੰ ਸਾਨੂੰ ਚੌਹਾਂ ਯੁੱਗਾਂ ਦੇ ਵਿੱਚ ਸਮਝਾਉਂਦੀ ਹੈ ਕਿ ਚੌਹਾਂ ਯੁੱਗਾਂ ਦੇ ਵਿੱਚ ਗੁਰੂ ਜੋਤ ਵਿਆਪਕ ਹੈ। ਫਿਰ ਹੁਣ ਕਈ ਆਖਦੇ ਨੇ ਕਿ ਗੁਰੂ ਅਤੇ ਅਕਾਲ ਪੁਰਖ ਵੱਖਰਾ ਹੈ। ਭੱਟ ਬਾਣੀ ਸਾਡਾ ਇਹ ਵੀ ਸ਼ੰਕਾ ਨਿਵਾਰਨ ਕਰਦੀ ਹੈ। ਬਾਣੀ 'ਚ ਵਾਕ ਆਉਂਦੇ ਨੇ ਭੱਟ ਸਾਹਿਬਾਨਾਂ ਦੀ, ਜੋਤ ਰੂਪ ਹਰ ਆਪ, ਕਿ ਗੁਰੂ ਨਾਨਕ ਅਕਾਲ ਪੁਰਖ ਸਰੂਪ ਹੈ। ਪ੍ਰਕਾਸ਼ ਜੋਤ ਦਾ ਮਤਲਬ ਜਿਹੜੀ ਸਾਰੇ ਸੰਸਾਰ ਦਾ ਪ੍ਰਕਾਸ਼ ਕਰਦੀ ਹੈ। ਕਹਿੰਦੇ ਉਹ ਗੁਰੂ ਨਾਨਕ ਸਾਹਿਬ ਆਪ ਹੀ ਹਨ ਅਤੇ ਆਪ ਹੀ ਉਹਨਾਂ ਨੇ ਕਲਾ ਧਾਰ ਕੇ ਜਗਤ ਵਿੱਚ ਪ੍ਰਗਟੇ ਹਨ। ਗੁਰੂ ਨਾਨਕ ਕਹਾਇਓ। ਫਿਰ ਇੰਝ ਭੱਟ ਸਾਹਿਬਾਨਾਂ ਨੇ ਬਾਣੀ ਵਿੱਚ ਨੁਕਤੇ ਪ੍ਰਗਟ ਕੀਤੇ ਹਨ ਕਿ ਗੁਰੂ ਜੋਤ ਇੱਕੋ ਹੀ ਹੈ। ਉਹ ਆਖਦੇ ਹਨ, ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਤਿਨ ਲੈਣੈ ਥਾਪ ਜੋਤ ਜਗ ਸਾਰੀ, ਲੈਣੈ ਪੰਥ ਧਰਮ ਕਾ ਕੀਆ, ਅਮਰਦਾਸ ਭਲੇ ਕਉ ਦੀਆ। ਅੱਗੇ ਗੁਰੂ ਰਾਮਦਾਸ ਸੋਢੀ ਸਿਰ ਥੱਪਿਓ, ਹਰ ਕਾ ਨਾਮ ਅਖੈ ਨ ਦੇਪਿਓ। ਇਸ ਕਰਕੇ ਜਦੋਂ ਪ੍ਰਿਥੀ ਚੰਦ ਵਰਗਿਆਂ ਨੇ ਝਗੜਾ ਖੜਾ ਕਰ ਦਿੱਤਾ ਕਿ ਗੁਰਿਆਈ ਦਾ ਮਾਲਕ ਮੈਂ ਹਾਂ, ਉਦੋਂ ਭੱਟ ਸਾਹਿਬਾਨਾਂ ਦੀ ਬਾਣੀ ਨੇ ਗੁਰਸਿੱਖਾਂ ਨੂੰ ਗਿਆਨ ਦੇ ਨੁਕਤੇ ਤੋਂ ਚੇਤੇ ਕਰਾਇਆ ਕਿ ਗੁਰੂ ਅਰਜਨ ਦੇਵ ਤਾਂ ਆਪਣੇ ਪ੍ਰਕਾਸ਼ ਦੇ ਨਾਲ ਹੀ ਗੁਰਿਆਈ ਦਾ ਮਾਲਕ ਹੈ। ਉਹਨਾਂ ਨੇ ਬਾਣੀ 'ਚ ਲਿਖਿਆ ਨਾ, ਭਗਤ ਜੋਗ ਕਉ ਜੈ ਤਵਾਰ ਹਰ ਜਨ ਕੋ ਪਾਇਓ। ਅੱਗੇ ਕਹਿੰਦੇ ਸ਼ਬਦ ਗੁਰੂ ਪ੍ਰਕਾਸਿਓ। ਕਹਿੰਦੇ ਕਿ ਗੁਰੂ ਅਰਜਨ ਦੇਵ ਸਾਹਿਬ ਤਾਂ ਜਦੋਂ ਪ੍ਰਕਾਸ਼ ਹੋਇਆ ਉਦੋਂ ਹੀ ਉਹ ਐਡੀ ਵੱਡੀ ਅਧਿਆਤਮਿਕ ਜ਼ਿੰਮੇਵਾਰੀ ਲੈ ਕੇ ਆਏ ਕਿ ਉਹਨਾਂ ਨੇ ਧਰਤੀ 'ਤੇ ਸ਼ਬਦ ਦਾ ਪ੍ਰਕਾਸ਼ ਸਪਸ਼ਟ ਰੂਪ ਦੇ ਵਿੱਚ ਕਰ ਦੇਣਾ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਸ਼ਬਦ ਗੁਰੂ ਸੁੱਤ ਧੁਨ ਚੇਲਾ। ਫਿਰ ਭੱਟ ਸਾਹਿਬਾਨਾਂ ਦੇ ਇਸ ਕਰਕੇ ਗੁਰਸਿੱਖਾਂ ਦੇ ਅੰਦਰ ਗਾ ਵਿਸ਼ਵਾਸ ਪੈਦਾ ਹੋਇਆ। ਫਿਰ ਭੱਟ ਸਾਹਿਬਾਨ ਗੁਰੂ ਨੂੰ ਮੌਤ ਤੋਂ ਪਰਾ ਮੰਨਦੇ ਹਨ। ਭੱਟ ਹਰਬੰਸ ਜੀ ਦੇ ਸਵਈਏ ਹਨ। ਉਹਨਾਂ ਨੇ ਕਿਹਾ, ਉਹਨਾਂ ਦੇ ਬਾਣੀ ਦੇ ਵਿੱਚ ਵਾਕ ਹਨ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਪਾਇਓ, ਹਰ ਸਿੰਘਾਸਣ ਦਿਓ ਸ੍ਰੀ ਗੁਰੂ ਤਹਿ ਬੈਠਾਇਓ, ਰਹਿਸ ਗਏ ਦੁਰਦੇਵ ਤੋਹੇ ਜਸ ਜੈ ਜੈ ਜੰਪੇ, ਸੁਰ ਗਏ ਤੇ ਭਾਗ ਪਾਪ ਤਿਨ ਪੀਤਰ ਕੰਪੇ, ਕਾਟੇ ਸੋ ਪਾਪ ਤਿਨ ਨਰੋਂ ਕੇ, ਗੁਰੂ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕਉ ਦੇ ਆਇਓ। ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਆਪਣਾ ਛਤਰ ਸਿੰਘਾਸਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਹਿ ਰਹੇ ਹਨ। ਉਹਨਾਂ ਦੇ ਵਾਕ ਹਨ ਕਿ ਕਵਣ ਕਹੈ ਸ੍ਰੀ ਗੁਰ ਮੋਇਓ, ਕਿ ਭੱਟ ਹਰਬੰਸ ਜੀ ਆਖਦੇ ਨੇ ਕਿ ਕੌਣ ਕਹਿ ਸਕਦਾ ਕਿ ਗੁਰੂ ਰਾਮਦਾਸ ਸਾਹਿਬ ਜੀ ਦਾ ਜੀਵਨ ਸਮਾਪਤ ਹੋ ਗਿਆ। ਕਹਿੰਦੇ ਉਹਨਾਂ ਨੇ ਨਵਾਂ ਰੂਪ ਪ੍ਰਕਾਸ਼ ਕਰਕੇ ਗੁਰੂ ਅਰਜਨ ਸਰੂਪ ਦੇ ਵਿੱਚ ਆਪਣਾ ਭਾਵ ਧਾਰਨ ਕਰ ਲਿਆ। ਇਹ ਸਾਰੀ ਭੱਟ ਸਾਹਿਬਾਨਾਂ ਦੇ ਬਾਰੇ ਵਿਸਥਾਰ 'ਚ ਆਪਦੇ ਸਨਮੁਖ ਵਿਚਾਰ ਅਰਜ ਕੀਤੀ ਹੈ ਕਿ ਹੁਣ ਜਿਹੜੇ ਵੀ ਕੁਦਰਤੀ ਇਹ ਸਿਲਸਿਲਾ ਚੱਲੇਗਾ, ਜਿਨ੍ਹਾਂ ਨੇ ਕੋਈ ਅੱਜ ਤੋਂ 30 ਸਾਲ ਪਹਿਲਾਂ ਜਿਹੜੇ ਮਾੜਾ ਮੋਟਾ ਪੜ੍ਹਦੇ ਰਹੇ ਹੋਣਗੇ, ਉਹਨਾਂ ਨੂੰ ਸ਼ਾਇਦ ਪਤਾ ਹੋਏਗਾ ਕਿ ਭੱਟ ਬਾਣੀ ਨੂੰ ਲੈ ਕੇ ਇੱਕ ਵਾਰੀ ਪੰਥ ਪੂਰਾ ਦਫਾੜ ਹੋ ਗਿਆ ਸੀ ਅਤੇ ਬੜੇ ਵਿਦਵਾਨਾਂ ਨੇ ਫਿਰ ਖੋਜ ਕਰ ਕਰਕੇ ਦਫਾੜ ਨੂੰ ਖਤਮ ਕੀਤਾ। ਫਿਰ ਉਹਨਾਂ ਦੇ ਵਿੱਚ ਕੁਦਰਤੀ ਸਾਡੇ ਅਧਿਆਪਕਾਂ ਦੇ ਵੀ ਐਸੇ ਸਿਲਸਿਲੇ ਸਨ, ਤਾਂ ਕਰਕੇ ਅੱਜ ਬਾਣੀ ਦੀ ਵਿਆਖਿਆ ਨਹੀਂ ਸ਼ੁਰੂ ਕੀਤੀ, ਕੇਵਲ ਤਫਸੀਲ ਦੇ ਵਿੱਚ ਸਮਝਾਇਆ। ਆਪ ਜੀ ਦੇ ਸਨਮੁਖ ਇਹ ਵਿਚਾਰ ਰੱਖੀ ਹੈ ਸੇਵਾ ਰੂਪ ਦੇ ਵਿੱਚ ਕਿ ਸਾਨੂੰ ਪਤਾ ਹੋ ਜਾਵੇ, ਕਿਸੇ ਤਰ੍ਹਾਂ ਦੀ ਸ਼ੰਕੇ ਦੀ ਗੁੰਜਾਇਸ਼ ਨਾ ਰਵੇ। ਬਾਣੀ ਦੀ ਵਿਚਾਰ ਤਾਂ ਕੁਦਰਤੀ ਜੋ ਹੈ ਉਹ ਰਹੇਗੀ, ਪਰ ਉਸ ਤੋਂ ਪਹਿਲਾਂ ਜਿਹੜਾ ਸਾਰਾ ਵਿਧਾਨ ਹੈ ਸਾਰੇ ਯਤਨ ਇੰਝ ਹੀ ਰੱਖੇ ਸਨ। ਜਦੋਂ ਸ਼ਲੋਕ ਸੰਸਕ੍ਰਿਤੀ ਆਰੰਭ ਹੋਈ ਉਹਦਾ ਸਾਰਾ ਜ਼ਿਕਰ ਰੱਖਿਆ। ਭਗਤ ਕਬੀਰ ਸਾਹਿਬ ਜੀ, ਭਗਤ ਫਰੀਦ ਸਾਹਿਬ ਜੀ ਅਤੇ ਹੁਣ ਭੱਟ ਸਾਹਿਬਾਨਾਂ ਦੇ ਸਵਈਏ, ਫਿਰ ਇਸ ਤਰ੍ਹਾਂ ਭੱਟ ਗੁਰੂ ਸਾਹਿਬ ਪਾਸ ਹਾਜ਼ਰ ਹੁੰਦੇ ਨੇ। ਇਸ ਕਰਕੇ ਭੱਟਾਂ ਦੀ ਬਾਣੀ ਇਕੱਲੀ ਗੁਰੂ ਸਿਫਤ ਨਹੀਂ ਹੈ। ਭੱਟਾਂ ਦੀ ਬਾਣੀ ਗੁਰੂ ਦੇ ਉਸ ਸਰੂਪ ਦੀ ਸਿਫਤ ਹੈ ਜਿਹੜੇ ਸਰੂਪ ਨੂੰ ਸਾਡੀ ਛੋਟੀ ਅੱਖ, ਸਾਡੀ ਛੋਟੀ ਕਲਪਨਾ, ਸਾਡਾ ਛੋਟਾ ਹਿਰਦਾ ਨਹੀਂ ਬੁੱਝ ਸਕਦਾ, ਅਤੇ ਸਾਨੂੰ ਗੁਰੂ ਦੇ ਆਗਮ ਨਿਗਮ ਦਾ ਸਰੂਪ ਗੁਰੂ ਭੱਟ ਸਾਹਿਬਾਨਾਂ ਦੀ ਬਾਣੀ ਕਰਵਾਉਂਦੀ ਹੈ। ਅਤੇ ਇਸ ਬਾਣੀ ਦੀ ਵਿਚਾਰ ਇਸ ਬਾਣੀ ਦੇ ਆਧਾਰ ਨਾਲ, ਹੁਣ ਜਿਵੇਂ ਆਮ ਜਿਹੜਾ ਅਸੀਂ ਸਵਈਆ ਪੜ੍ਹਦੇ ਹਾਂ ਉਹਦੇ ਵਿੱਚ ਭੱਟ ਸਾਹਿਬਾਨ ਆਖਦੇ ਹਨ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਇਹਦੇ ਵਿੱਚ ਇੱਕ ਗਿਆਨ ਹੈ। ਪ੍ਰਤੱਖ ਹਰ ਕਿਵੇਂ ਹੈ
ਕਿ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਛੋਟੇ ਹੁੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਨੇੜੇ ਗਏ ਤਾਂ ਜੇ ਉਹ ਪ੍ਰਤੱਖ ਹਰ ਨਾ ਹੋਣ, ਪਰਮੇਸ਼ਰ ਦਾ ਸੰਪੂਰਨ ਰੂਪ ਨਾ ਹੋਣ, ਤੇ ਗੁਰੂ ਅਮਰਦਾਸ ਸਾਹਿਬ ਜੀ ਕਿਉਂ ਕਹਿਣ ਕਿ ਦੋਹਿਤਾ ਬਾਣੀ ਕਾ ਬੋਹਿਥਾ। ਜੇ ਉਹ ਨਾ ਹੋਣ, ਇਹਦਾ ਮਤਲਬ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਛਾਣ ਹੈ। ਇੰਜ ਜੇ ਉਹ ਪਰਮੇਸ਼ਰ ਰੂਪ ਨਾ ਹੋਣ ਤੇ ਸਾਰੀ ਸ੍ਰਿਸ਼ਟੀ ਦਾ ਕਲਿਆਣ ਕਰਨ ਦੇ ਲਈ ਜ਼ੁਲਮ ਦੀ ਐਡੀ ਵੱਡੀ ਅੱਗ ਨੂੰ ਜਿਹੜੀ ਅਜਰ ਹੈ ਉਹਨੂੰ ਜਰ ਗਏ ਹਨ। ਇਸ ਕਰਕੇ ਸਾਨੂੰ ਭੱਟ ਸਾਹਿਬਾਨਾਂ ਦੀ ਬੜੀ ਬਾਣੀ ਨੂੰ ਬੜੇ ਗੌਰ ਦੇ ਨਾਲ ਉਹਦੇ ਇੱਕ ਨੁਕਤਾ ਹੋਰ ਅਰਜ਼ ਕਰਦੇ ਹਾਂ। ਮੇਰੀ ਜਾਚੇ ਜਿਹੜੇ ਆਮ ਗੁਰਸਿੱਖ ਸਹਿਜ ਪਾਠ ਕਰਦੀ ਹੈ, ਕੋਈ 100 ਦੇ ਵਿੱਚੋਂ 4-5 ਹੋਣਗੇ ਜਿਨ੍ਹਾਂ ਨੂੰ ਭੱਟ ਸਾਹਿਬਾਨ ਦੀ ਬਾਣੀ ਸ਼ੁੱਧ ਅਤੇ ਠੀਕ ਵਿਸ਼ਰਾਮਾਂ ਦੇ ਨਾਲ ਪੜ੍ਹਨੀ ਆਉਂਦੀ ਹੋਏਗੀ। ਇਹ ਮੇਰਾ ਅਨੁਭਵ ਹੈ। ਕੋਈ 400 ਦੇ ਵਿੱਚੋਂ 4-5 ਬੜੀ ਮੁਸ਼ਕਿਲ ਦੇ ਨਾਲ, ਨਹੀਂ ਪਤਾ ਕਿਹੜਾ ਵਿਸ਼ਰਾਮ ਕਿੱਥੇ ਲਾਉਣਾ ਹੈ ਜਾਂ ਇੱਕ ਪੰਕਤੀ 'ਚ ਕਿੰਨੇ ਵਿਸ਼ਰਾਮ ਲੱਗਣੇ ਨੇ ਤਾਂ ਕਿ ਗੱਲ ਕਲੀਅਰ ਹੋ ਸਕੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਸਵਈਆਂ ਦੇ ਵਿੱਚ ਸ਼ਬਦ ਆਉਂਦਾ ਹੈ ਪਰਸਰਾ ਮੇਸੁਰ, ਇਹ ਸ਼ਬਦ ਇਕੱਠਾ ਨਹੀਂ ਕਈਆਂ ਕੋਲ ਬੋਲਿਆ ਜਾਂਦਾ। ਇਸ ਕਰਕੇ ਬਾਣੀ ਸ਼ਰਵਣ ਕਰਨ ਦੇ, ਬਾਣੀ ਦੀ ਕਥਾ ਸ਼ਰਵਣ ਕਰਨ ਦੇ ਸਾਰਿਆਂ ਦਾ ਬੜਾ ਅਧਿਆਤਮਿਕ ਲਾਭ ਹੈ। ਸੋ ਗੁਰੂ ਕਿਰਪਾ ਕਰੇ ਅਸੀਂ ਕੱਲ੍ਹ ਤੋਂ ਭੱਟ ਸਾਹਿਬਾਨਾਂ ਦੀ ਪਾਵਨ ਬਾਣੀ ਦੀ ਵਿਚਾਰ ਸ਼ਰਵਣ ਕਰਾਂਗੇ ਕਿ ਕਿਵੇਂ ਸਾਨੂੰ ਗੁਰੂ ਦੇ ਬ੍ਰਹਮੰਡੀ ਦਰਸ਼ਨ ਭੱਟ ਸਾਹਿਬਾਨਾਂ ਨੇ ਕਰਵਾਏ ਨੇ ਅਤੇ ਸਾਡੇ ਹਿਰਦੇ ਅੰਦਰ ਗੁਰੂ ਕੇ ਅਥਾਹ ਅਸਗਾਹ ਸਰੂਪ ਦਾ ਪ੍ਰਕਾਸ਼ ਕਰਕੇ ਸਾਨੂੰ ਨਵਾਜਿਆ ਹੈ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਐਸੀ ਸੁਮੱਤ, ਐਸੀ ਭਾਵਨਾ, ਐਸੀ ਪ੍ਰੀਤ ਪ੍ਰਤੀਤ ਹਿਰਦਾ ਬਖਸ਼ਿਸ਼ ਕਰੇ ਕਿ ਭੱਟ ਸਾਹਿਬਾਨਾਂ ਦੀ ਦ੍ਰਿਸ਼ਟੀ ਦੁਆਰਾ ਅਸੀਂ ਗੁਰੂ ਸਾਹਿਬਾਨਾਂ ਦੇ ਅਗਮ ਨਿਗਮ ਅਗੰਮ ਗੋਚਰ ਸਰੂਪ ਦੇ ਦਰਸ਼ਨ ਕਰਕੇ ਸਿਫਤ ਸਲਾਹ ਦੁਆਰਾ ਗੁਰੂ ਮੂਰਤ ਨੂੰ ਸਜਦਾ ਕਰਕੇ ਆਪਣਾ ਜੀਵਨ ਸਫਲ ਕਰ ਸਕੀਏ। ਅਸੀਂ ਪਾਵਨ ਬਾਣੀ ਦੀ ਆਰੰਭਕ ਵਿਚਾਰ ਦਾ ਸਿਲਸਿਲਾ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ